ਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ। ਧਰ ਕਰ ਮਾਥ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਰਾਮਦਾਸ ਸੁਖ ਰਾਸ ਪ੍ਰਭ, ਸੇਵਕ ਤਰਾਸ ਬਿਦਾਰ। ਪਗ ਪਰ ਮੁਰ ਪ੍ਰਣਾਮ ਹੈ, ਪਰਨਾ ਸ਼ਰਨ ਵਿਚਾਰ। ਰਾਮਦਾਸ ਸੁਖ ਰਾਸ ਪ੍ਰਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਗ ਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ
ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਆਪਾਂ ਨੂੰ ਸਵਾਸਾਂ ਦੇ ਸਫਲ ਕਰਨ ਲਈ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਜੋ ਮਹਾਰਾਜ ਜੀ ਦੇ ਪਵਿੱਤਰ ਮੰਗਲਾਂ ਚਰਨ ਕਵਿਰਾਜ ਕਰ ਰਹੇ ਹਨ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਅੱਜ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸਰਬੱਤ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਵਾਸ ਵਧਾਈਆਂ ਹੋਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ, ਬਹੁਤ ਉਤਸ਼ਾਹ ਦੇ ਨਾਲ ਗੁਰਸਿੱਖ ਸੰਗਤਾਂ ਨੇ ਹਜ਼ੂਰ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਅਵਤਾਰ ਲਾਹੌਰ ਦੇ ਅੰਦਰ ਚੂਨਾ ਮੰਡੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਗ੍ਰਹਿ ਸੀਗਾ, ਹਜ਼ੂਰ ਨੇ ਆਪਣੇ ਘਰ ਨੂੰ ਬਾਅਦ ਵਿੱਚ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਸੀ, ਜਿੱਥੇ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਲਾਹੌਰ ਦੀਆਂ ਸੰਗਤਾਂ ਨੂੰ ਜਦੋਂ ਮਹਾਰਾਜ ਉਪਦੇਸ਼ ਦੇਣ ਲਈ ਗਏ, ਮਹਾਰਾਜ ਉੱਥੇ ਠਹਿਰੇ ਸੀਗੇ। ਉਸ ਜਗ੍ਹਾ 'ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ। ਜ਼ਿਕਰ ਆਉਂਦਾ ਹੈ ਪਹਿਰ ਰਾਤ ਰਹਿੰਦੀ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਉਸ ਸਮੇਂ 2 ਘੜੀਆਂ ਰਾਵੀ ਦਰਿਆ ਦੁੱਧ ਦਾ ਵਗਿਆ। ਪ੍ਰਕਿਰਤੀ ਨੇ ਵੀ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਜ਼ੂਰ ਦਾ ਬਚਪਨ ਬਹੁਤ ਕਠਿਨਾਈ ਅਤੇ ਸੰਸਾਰ ਦੇ ਅੰਦਰ ਜੋ ਪਦਾਰਥਾਂ ਤੋਂ ਥੁੜ ਹੁੰਦੀ ਹੈ, ਇਹ ਗਰੀਬੀ ਭਰਿਆ ਸੀਗਾ। ਭਾਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਤੋਂ 4 ਪਦਾਰਥ ਸੰਸਾਰ ਦੇ ਜੀਆਂ ਨੂੰ ਪ੍ਰਾਪਤ ਹੁੰਦੇ ਹੈ, ਐਸੇ ਦੀਨ ਦਿਆਲ ਸਤਿਗੁਰੂ ਜੀ ਨੇ ਆਪਣੇ ਬਚਪਨ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਘੁੰਗਣੀਆਂ ਵੇਚਿਆ ਕਰਦੇ ਤਾਂ ਸਤਿਗੁਰਾਂ ਜੀ ਨੇ ਕਾਬਲ ਤੋਂ ਆਈ ਸੰਗਤ ਨੂੰ ਉਹ ਸਾਰੀ ਚੰਗੇਰ ਹੀ ਮਹਾਰਾਜ ਦੇ ਦਿੱਤੀ ਸੀ। ਜਦੋਂ ਬਾਜ਼ਾਰ ਵਿੱਚ ਸੱਚੇ ਪਾਤਸ਼ਾਹ ਜੀ ਖਲੋਤੇ ਸੀਗੇ, ਜ਼ਿਕਰ ਆਉਂਦਾ ਹੈ ਕਿ ਬਾਕੀ ਬੱਚੇ ਤਾਂ ਹੋਕਾ ਦਿੰਦੇ ਸੀ, ਪਰ ਮਹਾਰਾਜ ਹੋਕਾ ਨਹੀਂ ਸੀ ਸੱਚੇ ਪਾਤਸ਼ਾਹ ਦਿੰਦੇ। ਅਤੇ ਸੰਗਤ ਵਿੱਚੋਂ ਇੱਕ ਬਜ਼ੁਰਗ ਆਇਆ, ਉਸਨੇ ਜਦੋਂ ਘੁੰਗਣੀਆਂ ਦੀ ਮੰਗ ਕੀਤੀ, ਮਹਾਰਾਜ ਜੀ ਨੇ ਇੱਕ ਬੁੱਕ ਭਰ ਕੇ ਪਾਇਆ। ਉਹਨੂੰ ਕਿਹਾ ਕਿ ਮੇਰਾ ਤਾਂ ਇੰਨੇ ਨਾਲ ਨਹੀਂ ਸਰਨਾ। ਮਹਾਰਾਜ 2 ਬੁੱਕ ਪਾ ਤੇ ਕਹਿੰਦਾ ਇਹ ਵੀ ਥੋੜ੍ਹੇ ਹੈ। ਹਜ਼ੂਰ ਨੇ ਹੋਰ ਪਾਏ, ਕਹਿੰਦਾ ਇਹ ਵੀ ਥੋੜ੍ਹੇ ਹੈ। ਮਹਾਰਾਜ ਚੰਗੇਰ ਹੀ ਪਲਟਤੀ ਸੱਚੇ ਪਾਤਸ਼ਾਹ ਨੇ। ਉਹ ਫਿਰ ਸੰਗਤ ਵਿੱਚ ਵਰਤਾਉਣ ਲੱਗ ਗਿਆ। ਜਦੋਂ ਮਹਾਰਾਜ ਘਰ ਆਏ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਉਂ ਘੁੰਗਣੀਆਂ ਸਾਰੀਆਂ ਹੀ ਸੰਗਤ ਵਿੱਚ ਵਰਤਾ ਆਉਣ ਬਾਰੇ ਜਦੋਂ ਪਤਾ ਲੱਗਿਆ, ਹਜ਼ੂਰ ਦੇ ਪਿਤਾ ਜੀ ਨੇ ਨੇਤਰ ਲਾਲ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹਿਰਦਾ ਇੰਨਾ ਕੋਮਲ ਸੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਉਹ ਤਾੜਨਾ ਨਹੀਂ ਸਹਾਰੀ, ਅਤੇ ਗਰੀਬ ਨਵਾਜ਼ ਜੀ ਕਾਬਲ ਤੋਂ ਆਈ ਸੰਗਤ ਦੇ ਨਾਲ ਹੀ ਸੱਚੇ ਪਾਤਸ਼ਾਹ ਮਿਲ ਕਰਕੇ ਗੋਇੰਦਵਾਲ ਸਾਹਿਬ ਗਰੀਬ ਨਵਾਜ਼ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ। ਹਜ਼ੂਰ ਨੇ ਜਦੋਂ ਇੱਥੇ ਆ ਕਰਕੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਸ਼ਨ ਕੀਤਾ, ਮਹਾਰਾਜ ਜੀ ਨੇ ਉਸ ਸਮੇਂ ਦਰਸ਼ਨ ਕਰਦਿਆਂ ਹੀ ਮਨ ਵਿੱਚ ਇਹ ਵਿਚਾਰ ਲਿਆ ਕਿ ਜਿੱਥੇ ਆਉਣਾ ਸੀ ਅਸੀਂ ਆ ਗਏ ਹਾਂ, ਇਸ ਤੋਂ ਪਰਾਂ ਹੋਰ ਸਾਡੇ ਜਾਣ ਦੀ ਕੋਈ, ਸਾਡੇ ਦਰਸ਼ਨ ਕਰਨ ਦੀ ਕੋਈ ਥਾਂ ਨਹੀਂ। ਆਪਣਾ ਤਨ ਮਨ ਧਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਭੇਟ ਕਰ ਦਿੱਤਾ। ਇਹੋ ਜਿਹੀ ਮਹਾਰਾਜ ਜੀ ਨੇ ਮਹਾਨ ਸੇਵਾ ਕੀਤੀ ਕਿ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਆਪ ਜੀ ਨੂੰ ਹੋਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਪਰਖ ਕੇ ਆਪ ਜੀ ਨੂੰ ਆਪਣੇ ਹੁੰਦਿਆਂ ਸੱਚੇ ਪਾਤਸ਼ਾਹ ਨੇ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਰਾਜ ਜੋਗ ਜੋ ਤਖਤ ਹੈ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਆਗਿਆ ਕਰਕੇ ਜੋ ਅੰਮ੍ਰਿਤਸਰ ਸਾਹਿਬ ਜਿਸ ਦਾ ਨਾਮ ਪ੍ਰਸਿੱਧ ਹੋਇਆ, ਇਹ ਨਗਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ, ਜਿਸ ਦਾ ਨਾਮ ਗੁਰੂ ਕਾ ਚੱਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰੱਖਿਆ। ਅੰਮ੍ਰਿਤ ਸਰੋਵਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਦੀ ਪ੍ਰਾਰੰਭਤਾ ਕਰਵਾਈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਆਪਣੇ ਆਣ ਕਰਕੇ ਘਰ ਵੀ ਬਣਵਾਏ। ਸੱਚੇ ਪਾਤਸ਼ਾਹ ਜੀ ਨੇ ਬਹੁਤ ਇਹ ਸਤਿਗੁਰਾਂ ਜੀ ਦੀ ਘੁੱਗ ਨਗਰੀ ਵਸਦੀ ਹੈ, ਜਿਸ ਦੀ ਬਾਬਤ ਕਿਹਾ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਵਾਕ ਨੇ। ਪਿਤਾ ਸਤਿਗੁਰੂ ਜੀ ਦੇ ਆਰੰਭੇ ਹੋਏ ਕਾਰਜਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਪੂਰਨ ਕਰਵਾਇਆ ਗਰੀਬ ਨਵਾਜ ਜੀ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਇੱਥੇ ਸੰਗਤਾਂ ਨੂੰ ਗਰੀਬ ਨਵਾਜ ਨੇ ਅਜਿਹਾ ਸਿੱਖੀ ਦਾ ਉਪਦੇਸ਼ ਦ੍ਰਿੜਾਇਆ ਕਿ ਭਾਰਤ ਵਰਸ਼ ਦੇ ਅੰਦਰ ਚੌਹਾਂ ਦਿਸ਼ਾਵਾਂ ਤੋਂ ਸਿੱਖ ਚੱਲ ਚੱਲ ਕੇ ਆਉਂਦੇ, ਮਹਾਰਾਜ ਜੀ ਦਾ ਦੀਦਾਰ ਕਰਦੇ, ਸਰੋਵਰ ਦੀ ਕਾਰ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਿੱਖੀ ਦ੍ਰਿੜਾਉਂਦੇ, ਗੁਰੂ ਨਾਨਕ ਸਾਹਿਬ ਜੀ ਦੇ ਸੱਚ ਦੇ ਮਾਰਗ ਦਾ ਉਪਦੇਸ਼ ਹਜੂਰ ਬਖਸ਼ਿਸ਼ ਕਰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਦਿਆਂ ਹੋਇਆਂ ਹੀ ਜਦੋਂ ਸਤਿਗੁਰਾਂ ਜੀ ਨੇ ਅੱਗੇ ਪਰਖ ਕੀਤੀ ਸੀ, ਅਤੇ ਪਰਖ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 3 ਪੁੱਤਰ ਹੋਏ ਹੈ। ਬੀਬੀ ਭਾਨੀ ਜੀ ਨਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪ ਜੀ ਦਾ ਆਨੰਦ ਕਾਰਜ ਕੀਤਾ। ਆਪ ਜੀ ਦੇ ਵੱਡੇ ਸਪੁੱਤਰ ਦਾ ਨਾਮ ਬਾਬਾ ਪਿਰਥੀ ਚੰਦ ਜੀ ਅਤੇ ਬਾਬਾ ਪਿਰਥੀ ਚੰਦ ਜੀ ਤੋਂ ਛੋਟੇ ਬਾਬਾ ਮਹਾਦੇਵ ਜੀ ਅਤੇ ਬਾਬਾ ਮਹਾਦੇਵ ਜੀ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਰਖ ਕੇ ਜਦੋਂ ਪ੍ਰੀਤ ਵਿੱਚ ਪ੍ਰਪੱਕ ਗੁਰੂ ਅਰਜਨ ਸਾਹਿਬ ਜੀ ਨੂੰ ਵੇਖਿਆ, ਲਾਹੌਰੋਂ ਬੁਲਾ ਕਰਕੇ ਹਜੂਰ ਨੇ ਆਪ ਆਪਣਾ ਗੁਰਿਆਈ ਤਖਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤਾ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ। ਗੁਰਤਾ ਦੀ ਜੋਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰ ਧਰਨਾ ਕੀਤੀ। ਇਹ ਭੱਟਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਿਆਈ ਤਖਤ ਗੁਰੂ ਅਰਜਨ ਸਾਹਿਬ ਜੀ ਨੂੰ ਆਪ ਬਖਸ਼ਿਸ਼ ਕੀਤਾ। ਪਿਰਥੀ ਚੰਦ ਦੇ ਬਹੁਤ ਜ਼ਿਆਦਾ ਵਿਰੋਧ ਕਰਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨਾ ਉਸ ਲਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਹਦੇ ਪ੍ਰਥਾਏ ਵੀ ਸ਼ਬਦ ਉਚਾਰਨ ਕੀਤਾ ਸੀ। ਪੂਤ ਕਾਹੇ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਐਸੇ ਵਾਕ ਸਤਿਗੁਰਾਂ ਜੀ ਨੇ ਕਹੇ। ਵੱਡੇ ਵੇਲੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਚਾਲਾ ਮਾਰਿਆ। ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਆ ਕਰਕੇ। ਜਿਸ ਥੜੇ ਸਾਹਿਬ 'ਤੇ ਆਪ ਜੀ ਨੂੰ ਗੁਰਿਆਈ ਤਖਤ ਪ੍ਰਾਪਤ ਹੋਇਆ ਸੀ, ਉਸੇ ਥੜੇ 'ਤੇ ਹਜੂਰ ਚੌਂਕੜਾ ਲਾ ਕਰਕੇ ਬੈਠ ਗਏ। ਗੋਇੰਦਵਾਲ ਸਾਹਿਬ ਦੀਆਂ ਸਿੱਖ ਸੰਗਤਾਂ ਆਪ ਦਾ ਆਉਣਾ ਸੁਣ ਕੇ ਦਰਸ਼ਨ ਕਰਨ ਲਈ ਆਈਆਂ। ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸ਼੍ਰੀ ਕੰਠ ਤੋਂ ਆਪਣੀਆਂ ਸਿੱਖ ਸੰਗਤਾਂ ਨੂੰ ਹਜੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੇ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਜੋਤੀ ਜੋਤ ਸਮਾਏ। ਅੱਜ ਹਜੂਰ ਦਾ ਅਵਤਾਰ ਗੁਰਪੁਰਬ ਹੈ। ਇਸ ਕਰਕੇ ਸੰਖੇਪ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਐਵੇਂ ਪੰਛੀ ਮਾਤਰ ਥੋੜ੍ਹੀ ਜਿਹੀ ਝਲਕ ਆਪਾਂ ਸਰਵਣ ਕੀਤੀ ਹੈ। ਹਜੂਰ ਦਾ ਜੀਵਨ ਬਹੁਤ ਬੇਅੰਤ ਵਿਸ਼ੇਸ਼ ਹੈ। ਪ੍ਰੇਮ ਨਾਲ ਭਰਿਆ ਹੋਇਆ ਸੱਚੇ ਪਾਤਸ਼ਾਹ ਜੀ ਦਾ ਜੀਵਨ ਹੈ। ਹਜੂਰ ਦੀ ਬਾਣੀ ਪ੍ਰੇਮ ਦੇ ਵੇਗ ਵਿੱਚ ਉਚਾਰਨ ਕੀਤੀ ਹੋਈ ਹੈ। ਜਦੋਂ ਗੁਰਸਿੱਖ ਪਿਆਰ ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੈ,
ਉਹਨਾਂ ਦੇ ਅੰਦਰ ਵੀ ਪ੍ਰੇਮ ਦਾ ਵੇਗ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਪਾਰਸ ਦੀ ਤਰ੍ਹਾਂ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਜਿਹੜਾ ਛੋਹ ਜਾਂਦਾ ਹੈ ਉਹ ਸੋਨਾ ਬਣ ਜਾਂਦਾ ਹੈ। ਸਤਿਗੁਰੂ ਜੀ ਨੂੰ ਛੋਹ ਕਰਕੇ ਹੋਰ ਪਾਰਸ ਵੀ ਬਣ ਜਾਂਦੇ ਹੈ। ਇਹ ਤਾਂ ਇੱਕ ਪ੍ਰਮਾਣ ਦਿੱਤੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ। ਐਸੇ ਪਾਰਸ ਹਨ ਜਿਹੜੇ ਆਪਣੇ ਵਰਗਾ ਹੀ ਦੂਸਰਾ ਪਾਰਸ ਬਣਾ ਦਿੰਦੇ ਹੈ, ਕਿਉਂਕਿ ਪਾਰਸ ਆਪਣੇ ਵਰਗਾ ਹੋਰ ਪਾਰਸ ਨਹੀਂ ਬਣਾ ਸਕਦਾ, ਸੋਨਾ ਤਾਂ ਕਰ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਜੋ ਪਾਰਸ ਤੋਂ ਵੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਨ ਹਨ। ਇਹ ਇੱਕ ਪ੍ਰਮਾਣ ਦਿੱਤੇ ਜਾਂਦੇ ਹੈ। ਜਿਵੇਂ ਚੰਦਨ ਦੇ ਨਿਕਟ ਸਾਰੇ ਚੰਦਨ ਹੋ ਜਾਂਦੇ ਹੈ, ਐਸੀ ਸੰਗਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ। ਭੱਟਾਂ ਨੇ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਹੋਇਆਂ ਕਿਹਾ ਹੈ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਬਲ ਭੱਟ ਜੀ ਕਹਿੰਦੇ ਹੈ, ਜਿਨ੍ਹਾਂ ਸਤਿਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਅਗਿਆਨਤਾ ਦਾ ਹਨੇਰਾ ਜਿਹੜਾ ਨਾ ਉਹ ਚੱਕਿਆ ਜਾਂਦਾ ਹੈ। ਇਹ ਦ੍ਰਿਸ਼ਟੀ ਵਿੱਚ ਗਿਆਨ ਦ੍ਰਿਸ਼ਟੀ ਆ ਜਾਂਦੀ ਹੈ, ਗਿਆਨ ਦੇ ਚਕਸ਼ੂ ਖੁੱਲ੍ਹ ਜਾਂਦੇ ਆ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਨ੍ਹਾਂ ਸਤਿਗੁਰਾਂ ਨੂੰ ਸਿਮਰਨੇ ਕਰਕੇ ਹਿਰਦੇ ਦੇ ਅੰਦਰ ਦਿਨੋ ਦਿਨ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਨ੍ਹਾਂ ਸਤਿਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਅੰਦਰੋਂ ਦਿਲ ਦੇ ਵਿੱਚ ਜਿਹੜੀ ਮਨ ਦੇ ਵਕਾਰਾਂ ਦੀ ਤਪਸ਼ ਹੈ ਉਹ ਮਿਟ ਜਾਂਦੀ ਹੈ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਜਿਨ੍ਹਾਂ ਸਤਿਗੁਰਾਂ ਦੇ ਨਾਮ ਨੂੰ ਸਿਮਰਨੇ ਕਰਕੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਤੇ ਭੱਟ ਜਨ ਤੋਂ ਪੁੱਛਦੇ ਆ, ਬਲ ਭੱਟ ਜੀ ਐਸੇ ਸਤਿਗੁਰੂ ਕੌਣ ਨੇ? ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਖਿਨ ਮਾਤਰ ਸਮੇਂ ਵਿੱਚ ਜਿਹੜਾ ਹਗਿਆਨ ਦਾ ਹਨੇਰਾ ਹੈ ਨੇਤਰਾਂ ਚੋਂ ਮਿਟ ਜਾਂਦਾ ਹੈ, ਗਿਆਨ ਦੇ ਚਕਸ਼ੂ ਖੁੱਲ੍ਹ ਜਾਂਦੇ ਖਿਨ ਮਾਤਰ ਸਮੇਂ ਵਿੱਚ। ਖਿਨ ਸ਼ਬਦ ਵਰਤਿਆ ਬਲ ਭੱਟ ਜੀ ਨੇ। ਬਲ ਭੱਟ ਜੀ ਐਸੇ ਦੀਨ ਦਿਆਲ ਸਤਿਗੁਰੂ ਕੌਣ ਹਨ? ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਬਲ ਭੱਟ ਜੀ ਕਹਿੰਦੇ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਰੱਥ ਗੁਰੂ ਹਨ। ਸੰਗਤ ਵਿੱਚ ਮਿਲ ਕਰਕੇ ਆਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਜਿਨ੍ਹਾਂ ਸਤਿਗੁਰਾਂ ਜੀ ਦੇ ਨਾਲ ਲੱਗ ਕਰਕੇ ਵਾਹਿਗੁਰੂ ਨੂੰ ਪਾ ਲਈਦਾ ਹੈ, ਐਸੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਮ ਨੂੰ ਸਿਮਰੋ ਇਸ ਸੰਸਾਰ ਦੇ ਜੀਓ। ਇਸੇ ਕਰਕੇ ਕੀਰਤ ਭੱਟ ਜੀ ਨੇ ਵੀ ਕਿਹਾ, ਮਹਾਰਾਜ ਮੈਨੂੰ ਕੁਛ ਨਹੀਂ ਹੋਰ ਚਾਹੀਦਾ, ਮੇਰੀ ਤਾਂ ਇੱਕੋ ਹੀ ਅਰਦਾਸ ਹੈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇੰਨੀ ਗਰੀਬੀ ਕਮਾਈ, ਇੰਨੀ ਨਿਮਰਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਹਜੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਖੁਸ਼ੀਆਂ ਆਪ ਨੂੰ ਪ੍ਰਾਪਤ ਹੋਈਆਂ। ਸੱਚੇ ਪਾਤਸ਼ਾਹ ਨੇ ਆਪਣੀ ਰਹਿੰਦੀ ਸ਼ੇਸ਼ ਉਮਰ ਅਤੇ ਗੁਰਿਆਈ ਤਖਤ ਆਪ ਜੀ ਨੂੰ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਸਤਿਗੁਰੂ ਜੀ ਦੀ ਬਾਬਤ ਕਿਹਾ ਹੈ ਕਿ ਬੈਡਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਸਤਿਗੁਰਾਂ ਜੀ ਦੇ ਪਵਿੱਤਰ ਸਥਾਨ 'ਤੇ ਬਹੁਤ ਭਾਰੀ ਰੌਣਕਾਂ ਗੁਰਸਿੱਖ ਸੰਗਤਾਂ ਨੇ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕੀਤੇ। ਜਿਸ ਅਸਥਾਨ 'ਤੇ ਦਰਸ਼ਨ ਦੀਦਾਰਿਆਂ ਨੂੰ ਸਦਾ ਸਿੱਖ ਆਪਣੇ ਮਨ ਵਿੱਚ ਲੋਚਦੇ ਹੈ, ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਅਰਦਾਸ ਵਿੱਚ ਜਿਸ ਪਾਵਨ ਅਸਥਾਨ ਦਾ ਇੰਨੇ ਅਦਬ ਸਤਿਕਾਰ ਨਾਲ ਆਪਾਂ ਜ਼ਿਕਰ ਕਰਦੇ ਹਾਂ, ਸਤਿਗੁਰੂ ਜੀ ਦੇ ਪਾਵਨ ਸਰੋਵਰ ਦੇ ਬਾਬਤ ਆਖਿਆ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਸਥਾਨ 'ਤੇ ਜਿਨ੍ਹਾਂ ਗੁਰਸਿੱਖਾਂ ਨੂੰ, ਜਿਨ੍ਹਾਂ ਪ੍ਰਾਣੀਆਂ ਨੂੰ ਦਰਸ਼ਨ ਦੀਦਾਰ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਕੀਰਤਨ ਦੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਧੰਨ ਹਨ ਉਹ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਅੱਜ ਵੀ ਛੋਹ ਗੁਰਸਿੱਖਾਂ ਨੂੰ, ਪਿਆਰ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਦਾ ਪਾਵਨ ਪਵਿੱਤਰ ਅਸਥਾਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। ਇਸ ਕਰਕੇ ਸੂਖਮ ਜੀ ਬੇਨਤੀ ਕੀਤੀ ਹੈ, ਸਤਿਗੁਰੂ ਜੀ ਗਰੀਬ ਨਿਵਾਜ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਹਜੂਰ ਸਿੱਖੀ ਬਖਸ਼ਿਸ਼ ਕਰਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ। ਤੋ ਸਾਧ ਸੰਗਤ ਜੀ
ਅੱਜ ਨਵੰਬਰ ਦੀ 2 ਤਰੀਕ ਹੈ, ਜਦੋਂ ਜੂਨ 1984 ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਅਟੈਕ ਹੋਇਆ ਸੀਗਾ। ਅਤੇ ਕੁਝ ਦਿਨ ਪਹਿਲਾਂ ਤਕਰੀਬਨ 31 ਅਕਤੂਬਰ ਨੂੰ ਜ਼ਾਲਮ ਨੂੰ ਫਿਰ ਸਿੰਘਾਂ ਨੇ ਖਾਲਸਾਈ ਜਿਹੜੇ ਸੀ ਕਾਨੂੰਨਾਂ ਮੁਤਾਬਕ ਇਹ ਸਜ਼ਾਵਾਂ ਦਿੱਤੀਆਂ, ਉਹਨੂੰ ਮੌਤ ਦੇ ਘਾਟ ਉਤਾਰਿਆ, ਜਿਸ ਨੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ। ਅਤੇ ਸਾਰੇ ਹੀ ਸਿੱਖਾਂ ਨੂੰ ਇਸ ਗੱਲ ਦਾ ਨਿਸ਼ਾਨਾ ਬਣਾਇਆ ਗਿਆ। ਇਹ ਨਵੰਬਰ 1 ਅਤੇ ਨਵੰਬਰ 2 ਤਕਰੀਬਨ 5-6 ਨਵੰਬਰ ਤੱਕ ਸਿੱਖਾਂ ਦਾ ਖੁੱਲ੍ਹੇਆਮ ਭਾਰਤ ਦੇ ਸਾਰਿਆਂ ਵੱਡਿਆਂ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ ਸੀ। ਦਿੱਲੀ ਦੀਆਂ ਸੜਕਾਂ ਸਿੱਖਾਂ ਦੇ ਖੂਨ ਨਾਲ ਰੰਗੀਆਂ ਗਈਆਂ ਸੀ। ਦਿੱਲੀ ਦਾ ਉਹ ਚਾਂਦਨੀ ਚੌਂਕ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਝੂ ਦੀ ਖਾਤਰ ਆਪ ਦੇ ਸੀਸ ਦਾ ਬਲੀਦਾਨ ਦਿੱਤਾ ਸੀ, ਇਹ ਤਿਲਕ ਤੇ ਜੰਝੂ ਦੇ ਧਾਰਨ ਕਰਨ ਵਾਲੀ ਹਕੂਮਤ ਨੇ ਉਸੇ ਹੀ ਚੌਂਕ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਜ ਦੇ ਦਿਨ ਸਾੜ ਦਿੱਤਾ ਸੀਗਾ। ਬੱਚਿਆਂ ਨੂੰ, ਬੀਬੀਆਂ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੀਗਾ। ਅਤੇ ਹੁਕਮਰਾਨਾਂ ਨੇ ਐਡੀ ਕਤਲੋ ਗਾਰਤ ਆਪ ਕੀਤੀ। ਅਤੇ ਕਰਨ ਤੋਂ ਉਪਰੰਤ ਜੇ ਬਿਆਨ ਦਿੱਤੇ ਤੇ ਕਹਿੰਦੇ ਨੇ ਜਦੋਂ ਵੱਡਾ ਕੋਈ ਰੁੱਖ ਹਿੱਲਦਾ ਤਾਂ ਸਾਰੀ ਧਰਤੀ ਹਿੱਲ ਜਾਂਦੀ ਹੈ। ਇਸ ਤਰ੍ਹਾਂ ਦੇ ਬਿਆਨ ਜਿਹੜੇ ਸੀ ਉਹ ਦਿੱਤੇ। ਸਿੱਖਾਂ ਦੀ ਕਤਲੇਆਮ ਜਿਹੜੀ ਸੀ ਉਹ ਹੁਕਮਰਾਨਾਂ ਦੇ ਵੱਲੋਂ, ਰਾਜਸੀ ਤੰਤਰ ਵੱਲੋਂ ਜਿਹੜੀ ਸੀ ਉਹ ਕੀਤੀ ਗਈ। ਅਤੇ ਫਿਰ ਇਸ ਨੂੰ ਜਿਹੜਾ ਨਾਮ ਸੀ ਉਹ ਦੰਗਿਆਂ ਦਾ ਦਿੱਤਾ ਗਿਆ। ਅਖੇ ਜੀ ਇਹ ਦੰਗੇ ਹੋਏ ਹੈ, ਦੋ ਜਿਹੜੇ ਫਿਰਕੇ ਆਪਸ ਵਿੱਚ ਲੜ ਪੈਣ ਤਾਂ ਉਸ ਨੂੰ ਦੰਗੇ ਕਹਿੰਦੇ ਹੈ। ਇਹ ਸੋਚੀ ਸਮਝੀ ਸਿੱਖਾਂ ਦੀ ਕਤਲੋਗਾਰਤ ਸੀਗੀ। ਚਾਹੇ ਕੋਈ ਮੋਨਾ ਹੀ ਸੀਗਾ, ਉਹਦੇ ਹੱਥ ਵਿੱਚ ਪਿਆ ਹੋਇਆ ਕੜਾ ਵੇਖ ਕਰਕੇ ਕਿਹਾ ਕਿ ਸਿੱਖ ਵੈ, ਉਸ ਦਾ ਕਤਲ ਕਰ ਦਿੱਤਾ ਗਿਆ। ਬੜੀ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਅੱਜ ਦੇ ਦਿਨ ਤਕਰੀਬਨ ਜਿੰਨੇ ਵੱਡੇ ਵੱਡੇ ਸ਼ਹਿਰ ਹਨ, ਦੇਹਰਾਦੂਨ ਹੈ, ਕਾਨਪੁਰ ਹੈ, ਦਿੱਲੀ ਹੈ, ਇਹ ਤਕਰੀਬਨ ਪੰਜਾਬ ਤੋਂ ਬਾਹਰ ਬਹੁਤ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ ਸੀਗਾ। ਅਤੇ ਜਿਨ੍ਹਾਂ ਨੇ ਇੱਕ ਸਭ ਕੁਝ ਕਰਵਾਇਆ, ਇਹੋ ਜਿਹਾ ਭਾਰਤ ਦੇਸ਼ ਦਾ ਕਾਲਾ ਕਾਨੂੰਨ ਕਿ ਉਹਨਾਂ ਨੂੰ ਅਜੇ ਤੱਕ ਵੀ ਕੋਈ ਸਜ਼ਾ ਨਹੀਂ ਹੋਈ ਇਨਸਾਫ ਨੂੰ ਲੈਣ ਵਾਸਤੇ। ਅਤੇ ਜਿਨ੍ਹਾਂ ਨਾਲ ਇਹ ਸਭ ਕੁਝ ਵਾਪਰਿਆ ਸੀ ਉਹਨਾਂ ਨੇ ਦਰਬਦਰ ਠੋਕਰਾਂ ਖਾਧੀਆਂ ਹਨ। ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਿਰਪਾ ਕਰਕੇ ਜਿਨ੍ਹਾਂ ਅਸੂਲਾਂ ਨੂੰ ਸਾਨੂੰ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਏ, ਜੇ ਉਹਨਾਂ ਅਸੂਲਾਂ ਦੇ ਉੱਤੇ ਅਸੀਂ ਨਾ ਆਏ, ਉਹਨਾਂ ਅਸੂਲਾਂ ਨੂੰ ਧਾਰਨ ਨਾ ਕੀਤਾ ਤਾਂ ਜ਼ਾਲਮ ਇਹ ਬਾਰ-ਬਾਰ ਹਰਕਤਾਂ ਕਰਦੇ ਰਹਿਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਅਸੂਲ ਦਿੱਤੇ ਹੈ, ਗੁਰਬਾਣੀ ਦੇ ਰਸੀਏ ਬਣਨਾ ਅਤੇ ਸ਼ਸਤਰਾਂ ਦੇ ਧਾਰਨੀ ਹੋਣਾ। ਜਿਨ੍ਹਾਂ ਕੋਲ ਛੋਟੀਆਂ ਹੀ ਕਿਰਪਾਨਾਂ ਸੀਗੀਆਂ ਨਾ ਭਾਵੇਂ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਜਾਉਣ ਵਾਲੀਆਂ ਹੀ ਕਿਰਪਾਨਾਂ ਸੀ ਨਾ, ਦੇਗੀ ਕਿਰਪਾਨਾਂ ਭਾਵੇਂ, ਉਹਨਾਂ ਦੇ ਨਾਲ ਹੀ ਜ਼ਾਲਮ ਅੱਗੇ ਲਾ ਦਿੱਤੇ ਸੀ। ਉਹਨਾਂ ਥਾਵਾਂ 'ਤੇ ਬਚਾ ਰਿਹਾ ਸੀਗਾ। ਤੋ ਇਸ ਕਰਕੇ ਸ਼ਸਤਰਾਂ ਨੂੰ ਜ਼ਰੂਰ ਧਾਰਨ ਕਰਨਾ ਚਾਹੀਦਾ। ਗੁਰੂ ਸਾਹਿਬ ਦੀ ਆਗਿਆ ਦਾ ਸਾਨੂੰ ਪਾਲਣ ਕਰਨਾ ਚਾਹੀਦਾ। ਅੱਜ ਦੇ ਦਿਨ 'ਤੇ ਹੋਈ ਸਿੱਖਾਂ ਦੀ ਕਤਲੋਗਾਰਤ 'ਤੇ ਇਹ ਸੂਖਸ਼ਮ ਜੀ ਬੇਨਤੀ ਕੀਤੀ ਹੈ, ਸਾਨੂੰ ਸਾਵਧਾਨ ਹੋਣਾ ਚਾਹੀਦਾ। ਆਓ ਸਤਿਗੁਰਾਂ ਜੀ ਦੀ ਪਵਿੱਤਰ ਇਤਿਹਾਸ ਦੀ ਕਥਾ ਨਾਲ ਜੁੜੀਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਜਸ ਮੰਗਲਾਚਰਨ ਕਵੀਰਾਜ ਜੀ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਮੰਗਲਾਚਰਨ ਕਰਦਿਆਂ ਹੋਇਆਂ ਕਵੀਰਾਜ ਜੀ ਨੇ ਆਖਿਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੇ ਪਵਿੱਤਰ ਚਰਨ ਜਿਹੜੇ ਹਨ ਇਹ ਗਿਆਨ ਦਾ ਸਾਗਰ ਹਨ। ਸੱਚੇ ਪਾਤਸ਼ਾਹ ਆਪ ਦੇ ਚਰਨਾਂ 'ਤੇ ਮੈਂ ਧਰਤੀ 'ਤੇ ਮਸਤਕ ਲਾ ਕਰਕੇ ਨਮਸਕਾਰ ਕਰਦਾ। ਮਹਾਰਾਜ ਮੇਰੇ ਹਿਰਦੇ ਵਿੱਚ ਆਪ ਗਿਆਨ ਦੀ ਦਾਤ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਮਹਾਨ ਮਹਿਮਾ ਕਵੀਰਾਜ ਜੀ ਨੇ ਕੀਤੀ। ਫਿਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਆਖਿਆ, ਮਹਾਰਾਜ ਆਪ ਦੇ ਚਰਨ ਤਾਂ ਬਿਘਨਾਂ ਦੇ ਕੰਦਨ ਕੱਟਣ ਵਾਲੇ ਹੈ, ਸਭ ਬਿਘਨਾਂ ਨੂੰ ਨਾਸ਼ ਕਰਨ ਵਾਲੇ ਹੈ। ਹਜੂਰ ਆਪ ਦੀ ਤਾਂ ਦ੍ਰਿਸ਼ਟੀ ਤੋਂ ਹੀ ਅੰਮ੍ਰਿਤ ਵਰਦਾ। ਸੱਚੇ ਪਾਤਸ਼ਾਹ ਜਿੱਧਰ ਨੂੰ ਵੇਖਦੇ ਹੋ ਅੰਮ੍ਰਿਤ ਹੀ ਕਰੀ ਜਾਂਦੇ ਹੋ। ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ 'ਤੇ ਨਮਸਕਾਰ ਕਰਨ ਨਾਲ ਸੰਸਾਰ ਦੇ ਅੰਦਰ ਅਤੇ ਪ੍ਰਲੋਕ ਦੇ ਅੰਦਰ ਸੁੱਖ ਦੋਹਾਂ ਲੋਕਾਂ ਦੇ ਪ੍ਰਾਪਤ ਹੋ ਜਾਂਦੇ ਹੈ। ਐਸੇ ਆਪ ਜੀ ਦੇ ਪਵਿੱਤਰ ਚਰਨ ਹਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਮੰਗਲ ਕਰਦਿਆਂ ਹੋਇਆਂ ਕਵੀਰਾਜ ਜੀ ਨੇ ਆਖਿਆ, ਹੇ ਗਰੀਬ ਨਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਸ੍ਰੇਸ਼ਟਤਾਈ ਦੇ ਦੇਣ ਵਾਲੇ ਹੋ।
ਮਹਾਰਾਜ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਰੁਲਦਿਆਂ ਫਿਰਦਿਆਂ ਨੂੰ ਮਾਣ ਦੇਣ ਵਾਲੇ ਹੋ ਸੱਚੇ ਪਾਤਸ਼ਾਹ, ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਹੋ। ਮਹਾਰਾਜ ਆਪ ਦੇ ਚਰਨ ਤਾਂ ਸੂਰਜਵਤ ਪ੍ਰਕਾਸ਼ਮਈ ਹਨ। ਜਿਵੇਂ ਸੂਰਜ ਰਾਤ ਨੂੰ ਦੂਰ ਕਰਦਾ ਹੈ, ਇਵੇਂ ਮਹਾਰਾਜ ਆਪ ਜੀ ਦਾ ਉਪਦੇਸ਼ ਇਹੋ ਜਿਹਾ ਜਿਹੜਾ ਸਿੱਖਾਂ ਦੇ ਅੰਦਰੋਂ ਅਵਿਦਿਆ ਰੂਪੀ ਰਾਤ ਨੂੰ ਨਾਸ਼ ਕਰਦਾ ਹੈ। ਫਿਰ ਹਨੇਰਾ ਨਾਸ਼ ਹੁੰਦਾ ਹੈ ਸੂਰਜ ਦੇ ਚੜ੍ਹਨ ਨਾਲ। ਭਰਮ ਰੂਪੀ ਹਨੇਰਾ ਮਹਾਰਾਜ ਆਪ ਜੀ ਦਾ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੁੰਦਾ, ਉਹਨਾਂ ਦੇ ਅੰਦਰੋਂ ਭਰਮ ਰੂਪੀ ਹਨੇਰਾ ਨਾਸ਼ ਹੋ ਜਾਂਦਾ ਹੈ। ਕਿਹਾ ਨਾ ਕਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸਹਿ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਇਕ ਬਿਨ ਦੋ ਗੁਣ ਜਉ ਤਉ ਰਹੈ। ਜਾ ਸਮੰਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ। ਗੁਰ ਅਮਰਦਾਸ ਡਿਠੇ ਮਿਲੇ। ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਪਦੇ ਦਾ ਦਰਸ਼ਨ ਹੀ ਵੇਖਣ ਨੂੰ ਮਿਲ ਜਾਣ ਤਾਂ ਪਦਾਰਥ ਮੁੱਕਦੇ ਨਹੀਂ। 9 ਨਿਧੀਆਂ 18 ਸਿੱਧੀਆਂ ਉਹਨਾਂ ਦੇ ਚਰਨਾਂ ਨੂੰ ਚੁੰਮਣ ਲੱਗ ਜਾਂਦੀਆਂ, ਜਿਨ੍ਹਾਂ ਨੇ ਆਪ ਦਾ ਦਰਸ਼ਨ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਮਹਾਰਾਜ ਆਪ ਦੇ ਦਰਸ਼ਨ ਇਹੋ ਜਿਹੇ ਹੈ ਜਿਵੇਂ ਸੂਰਜ ਦੇ ਚੜ੍ਹਨ ਨਾਲ ਚਕਵੇ ਦਾ ਬਿਰਹੋ ਮੁੱਕ ਜਾਂਦਾ ਨਾ, ਇਉਂ ਚਕਵੇ ਕੌਣ ਹਨ? ਆਪ ਜੀ ਦੇ ਸਿੱਖ। ਤੇ ਉਹ ਆਪ ਦੇ ਸਿੱਖਾਂ ਦੇ ਅੰਦਰੋਂ ਮਹਾਰਾਜ ਜਿਹੜਾ ਬਿਰਹੋ ਲੱਗਾ ਹੋਇਆ ਵਾਹਿਗੁਰੂ ਨੂੰ ਮਿਲਣ ਦਾ, ਉਹ ਮਹਾਰਾਜ ਬਿਰਹੋ ਨੂੰ ਮੇਟ ਕੇ ਆਪ ਵਾਹਿਗੁਰੂ ਨਾਲ ਮਿਲਾ ਦੇਣ ਵਾਲੇ ਹੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਇਹੋ ਜੀ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਦਰਸ਼ਨਾਂ ਦੀ ਸੋਭਾ ਹੈ। ਤੇ ਦ੍ਰਿਸ਼ਟਾਨ ਦੇ ਕਰਕੇ ਕਵੀਰਾਜ ਜੀ ਨੇ ਕਿਹਾ, ਪਰ ਇੱਕ ਗੱਲ ਤੋਂ ਮਹਾਰਾਜ ਦੇ ਦਰਸ਼ਨ ਜਿਹੜੇ ਆ ਨਾ, ਉਹ ਸੂਰਜ ਨਾਲੋਂ ਵੀ ਵੱਧ ਹੈ। ਕਵੀਰਾਜ ਉਹ ਕੀ ਹੈ? ਕਹਿੰਦੇ ਸੂਰਜ ਤਪਸ਼ ਮਾਰਦਾ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਦਰਸ਼ਨ ਜੀਆਂ ਨੂੰ ਠੰਡ ਪਾਉਂਦੇ ਆ ਅੰਦਰ ਕਲੇਜੇ ਦੇ ਵਿੱਚ। ਵਿਸ਼ਿਆਂ ਤੋਂ ਮਨ ਤੜਫਦਾ ਹੋਇਆ ਜਿਹੜਾ ਹੈ ਨਾ, ਸ਼ਾਂਤ ਪਾ ਕਰਕੇ ਨਿਹਾਲ ਹੋ ਜਾਂਦਾ ਹੈ। ਪ੍ਰੇਮੇ ਕੋੜੀਆਂ ਦਾ ਜਿਨ੍ਹਾਂ ਦਾ ਸਰੀਰ ਵੀ ਤਪਦਾ ਸੀ, ਮਨ ਵੀ ਤਪਦਾ ਸੀ, ਦੋਹਾਂ ਨੂੰ ਠੰਡ ਪੈ ਗਈ। ਮਨ ਵੀ ਠੰਡਾ ਹੋ ਗਿਆ ਵਿਸ਼ਿਆਂ ਤੋਂ, ਤੇ ਸਰੀਰ ਵੀ ਕੋੜ ਤੋਂ ਤਪਦਾ ਰਾਜੀ ਹੋ ਗਿਆ। ਐਸਾ ਦਰਸ਼ਨ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ। ਇਸ ਕਰਕੇ ਕਹਿੰਦੇ ਸੂਰਜ ਨਾਲੋਂ ਵਿਸ਼ੇਸ਼ ਹੋਇਆ ਨਾ। ਸੂਰਜ ਤਪਸ਼ ਮਾਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਠੰਡਕ ਪਾਉਂਦੇ ਹੈ। ਅੰਦਰ ਗਿਆਨ ਦਾ ਸੱਚੇ ਪਾਤਸ਼ਾਹ ਪ੍ਰਕਾਸ਼ ਬਖਸ਼ਿਸ਼ ਕਰਦੇ ਹੈ। ਵਿਸ਼ਿਆਂ ਤੋਂ ਮਨ ਤਪਿਆ ਹੋਇਆ ਜਿਹੜਾ ਹੈ ਉਹ ਠੰਡ ਪਾ ਕੇ, ਸ਼ਾਂਤੀ ਪਾ ਕਰਕੇ ਨਿਹਾਲ ਹੋ ਜਾਂਦਾ ਹੈ। ਅੱਗੇ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਮੰਗਲਾ ਚਰਨ ਕਰਦੇ ਹੈ। ਅੱਜ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ। ਇਸ ਕਰਕੇ ਜਿਹੜੀ ਹੈ ਕੱਲ ਇਹ ਕਥਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮੰਗਲਾ ਚਰਨ ਤੱਕ ਹੋਈ ਸੀ। ਅੱਗੇ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਪਵਿੱਤਰ ਮੰਗਲਾ ਚਰਨ ਕਵੀਰਾਜ ਕਰਦੇ ਨੇ। ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਮਦਾਸ ਸੁਖ ਰਾਸ ਪ੍ਰਭ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਆਪ ਪ੍ਰਭੂ ਹੋ ਗਰੀਬ ਨਵਾਜ, ਆਪ ਨਿਰੰਕਾਰ ਹੋ ਸੱਚੇ ਪਾਤਸ਼ਾਹ ਜੀ। ਮਹਾਰਾਜ ਆਪ ਸੁੱਖਾਂ ਦੀ ਰਾਸ ਹੋ। ਕਵੀਰਾਜ ਕਹਿੰਦੇ ਐ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੁੱਖਾਂ ਦੀ ਖਾਣ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਜੀਵ ਬਹੁਤ ਦੁਖੀ ਸਤਿਗੁਰਾਂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆਉਂਦੇ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸੁੱਖ ਬਖਸ਼ਿਸ਼ ਕਰਦੇ। ਜਿੱਥੇ ਸੰਸਾਰੀ ਸੁੱਖ ਮਹਾਰਾਜ ਸੱਚੇ ਪਾਤਸ਼ਾਹ ਆਪ ਦੇਣ ਵਾਲੇ ਹੋ, ਗਰੀਬ ਨਵਾਜ ਉੱਥੇ ਆਤਮਿਕ ਸੁੱਖ ਦੀ ਆਪ ਜੀ ਰਾਸ ਖਾਣ ਹੋ। ਆਤਮਿਕ ਆਨੰਦ ਆਪਣੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਆਪ ਜੀ ਬਖਸ਼ਿਸ਼ ਕਰਦੇ ਹੋ। ਭੱਟਾਂ ਨੇ ਆਖਿਆ ਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਇਹੋ ਜਿਹਾ ਖਿਮਾ ਰੂਪ ਚੰਦੋਆ ਤਾਣਿਆ ਕਿ ਸਾਰਾ ਸੰਸਾਰ ਹੀ ਆਪ ਨੇ ਬਖਸ਼ ਦਿੱਤਾ ਹੈ। ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ। ਸਾਰਾ ਜਗਤ ਹੀ ਮਹਾਰਾਜ ਜਿਹੜਾ ਵੀ ਆਪ ਜੀ ਦੇ ਖਿਮਾ ਰੂਪੀ ਚੰਦੋਏ ਥੱਲੇ ਆ ਗਿਆ। ਜਿਹੜਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਮਹਾਰਾਜ ਆਪ ਉਹਨਾਂ ਨੂੰ ਸੁੱਖਾਂ ਦੀ ਦਾਤ ਦੇਣ ਵਾਲੇ ਹੋ।
ਆਪ ਸੁੱਖਾਂ ਦੀ ਰਾਸ ਉਹ ਸੱਚੇ ਪਾਤਸ਼ਾਹ ਖਾਣ ਹੁੰਦੀ ਹੈ ਜਿੱਥੋਂ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਹਨ ਨਾ ਉਹ ਵਰਤਾਇਆ ਮੁੱਕ ਜਾਂਦੀਆਂ ਨੇ, ਪਰ ਜਿਹੜੀਆਂ ਖਾਣਾ ਹੁੰਦੀਆਂ ਨਾ, ਖਾਣਾ ਵਿੱਚੋਂ ਜਿਹੜਾ ਹੈ ਪਦਾਰਥ ਜਿਹੜਾ ਨਿਕਲੇ ਉਹ ਖਾਣ ਉਹਨੂੰ ਕਹਿੰਦੇ ਜਿੱਥੋਂ ਮੁੱਕੇ ਹੀ ਨਾ। ਫਿਰ ਮਹਾਰਾਜ ਆਪ ਕੋਲ ਸੁੱਖ ਇੰਨੇ ਹੈ ਕਿ ਆਪ ਸੁੱਖਾਂ ਦੀ ਖਾਨ, ਉਹ ਸੁੱਖਾਂ ਦੀ ਅਵਧੀ ਉਹ ਸੱਚੇ ਪਾਤਸ਼ਾਹ ਆਪ ਜੀ ਦੇ ਕੋਲੋਂ ਸੁੱਖ ਮੁੱਕਦੇ ਨਹੀਂ, ਕਿਉਂਕਿ ਆਪ ਦੇ ਤਾਂ ਦਰਸ਼ਨਾਂ ਵਿੱਚ ਹੀ ਸੁੱਖ ਹੈ। ਸੱਚੇ ਪਾਤਸ਼ਾਹ ਮੁੱਖ ਤੋਂ ਉਪਦੇਸ਼ ਦਿੰਦੇ ਹੋ ਤੇ ਜੀਆਂ ਦੇ ਹਿਰਦੇ ਸੁਖੀ ਹੋ ਜਾਂਦੇ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ। ਇਸ ਕਰਕੇ ਕਵੀ ਰਾਜ ਕਹਿੰਦੇ ਨੇ, ਹੇ ਪ੍ਰਭੂ ਸਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਸੁੱਖਾਂ ਦੀ ਖਾਨ ਹੋ। ਸੇਵਕ ਤਰਾਸ ਬਿਦਾਰ। ਜਿਹੜੇ ਆਪ ਜੀ ਦੇ ਸੇਵਕ ਹਨ, ਆਪਣੇ ਸੇਵਕਾਂ ਦੇ ਅੰਦਰੋਂ ਮਹਾਰਾਜ ਜਿਹੜਾ ਤਰਾਸ ਡਰ ਵੈ, ਜਮਾਂ ਦਾ ਡਰ ਵੈ, ਮੌਤ ਦਾ ਡਰ ਵੈ, ਇਹਨੂੰ ਬਿਦਾਰ ਦੇਣ ਵਾਲੇ ਉਹ, ਕੱਟ ਦੇਣ ਵਾਲੇ ਉਹ ਸੱਚੇ ਪਾਤਸ਼ਾਹ। ਜਿਨ ਆਪ ਜੀ ਦਾ ਸਿੱਖ ਸੱਜਣਾ ਕੀਤਾ ਹੈ, ਆਪ ਜੀ ਦਾ ਸੇਵਕ ਬਣ ਗਿਆ ਸੱਚੇ ਪਾਤਸ਼ਾਹ, ਉਹਨਾਂ ਦੇ ਆਪ ਜੀ ਅੰਦਰ ਜਿਹੜੇ ਡਰ ਨੇ ਵਸੇ ਹੋਏ, ਸਾਰੇ ਡਰ ਆਪ ਜੀ ਬਿਦਾਰਨ ਵਾਲੇ ਹੋ, ਭਾਵ ਕੱਟਣ ਵਾਲੇ ਹੋ। ਮੌਤ ਦਾ ਡਰ ਆਪ ਦੇ ਸੇਵਕਾਂ ਨੂੰ ਨਹੀਂ ਵਿਆਪਦਾ ਹੈ, ਸੇਵਕਾਂ ਦੇ ਡਰ ਖਤਮ ਕਰ ਦੇਣ ਵਾਲੇ ਹੋ। ਪਗ ਪਰ ਮੁਰ ਪ੍ਰਣਾਮ ਹੈ। ਆਪ ਜੀ ਦੇ ਚਰਨਾਂ ਤੇ ਸੱਚੇ ਪਾਤਸ਼ਾਹ ਮੇਰੀ ਪ੍ਰਣਾਮ ਹੈ, ਮੇਰੀ ਨਮਸਕਾਰ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਕਵਿਰਾਜ ਨਮਸਕਾਰ ਕਰਦੇ ਹੈ। ਜਿੰਨੀ ਵਾਰ ਅਸੀਂ ਇਹ ਕਥਾ ਕਰਦੇ ਹਾਂ, ਸੁਣਦੇ ਹਾਂ, ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਾਡੀ ਵੀ ਨਮਸਕਾਰ ਹੀ ਹੁੰਦੀ ਹੈ। ਇਉਂ ਸ਼ਰਧਾ ਭਾਵਨਾ ਨਾਲ ਗੁਰਸਿੱਖ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਹੈ, ਧੰਨ ਹੋ ਜਾਂਦੇ ਆ, ਨਿਹਾਲ ਹੋ ਜਾਂਦੇ ਆ। ਇਸ ਕਰਕੇ ਕਵਿਰਾਜ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹੈ। ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਤੇ ਮੇਰੀ ਗਰੀਬ ਦੀ ਨਮਸਕਾਰ ਹੈ। ਪਰਨਾ ਸ਼ਰਨ ਵਿਚਾਰ। ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਦਾ ਜਿਹੜਾ ਪਰਨਾ ਆਸਰਾ ਹੈ ਨਾ, ਮਹਾਰਾਜ ਇਹ ਲੈਣਾ ਕੀਤਾ ਹੈ। ਤੇ ਗਰੀਬ ਨਵਾਜ ਜੀ ਮੈਂ ਵਿਚਾਰ ਲਿਆ ਏ ਕਿ ਆਪ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਕਿਤੇ ਥਾਂ ਨਹੀਂ, ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਆਪ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਸੱਚੇ ਪਾਤਸ਼ਾਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਈਦਾ ਹੈ। ਇਸ ਕਰਕੇ ਮਹਾਰਾਜ ਆਪ ਦੇ ਚਰਨਾਂ ਦੀ ਸ਼ਰਨ ਦਾ ਪਰਨਾ ਆਸਰਾ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵਿਚਾਰ ਦੇ ਦੇਣ ਵਾਲੇ ਹੋ, ਗਿਆਨ ਦੇ ਦੇਣ ਵਾਲੇ ਹੋ। ਜਿਨ੍ਹਾਂ ਨੇ ਆਪ ਦੇ ਚਰਨਾਂ ਦਾ ਆਸਰਾ ਲਿਆ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ ਸਰੂਪ ਦੀ ਵਿਚਾਰ, ਸਰੂਪ ਦਾ ਗਿਆਨ ਬਖਸ਼ਣ ਵਾਲੇ ਹੋ। ਕਬਿਤ ਭੁਖ ਕਰ ਭਰੇ, ਭੁਖ ਕਰ ਜਿਉ। ਇੱਥੇ ਹੁਣ ਕਵਿਰਾਜ ਜੀ ਭੁਖ ਕਰ ਦਾ ਜਿਹੜਾ ਹੈ ਨਾ, ਉਹ ਕਈ ਅਰਥ ਰੱਖ ਕੇ ਕਬਿਤ ਕਹਿ ਰਹੇ ਹੈ। ਭੁਖ ਕਰ ਦੇ ਅਰਥ ਤਾਂ ਬਹੁਤ ਹੁੰਦੇ ਹੈ, ਪਰ ਇੱਥੇ ਕਮਲ ਤੋਂ, ਜਲ ਤੋਂ ਤੇ ਤਲਾਬ ਤੋਂ ਭਾਵ ਕਵਿਰਾਜ ਜੀ ਉਚਾਰਨ ਕਰ ਰਹੇ ਹੈ। ਉਸ ਤਰ੍ਹਾਂ ਤਾਂ ਭੁਖ ਕਰ ਦੇ ਅਰਥ ਜਿਹੜੇ ਆ ਆਕਾਸ਼, ਵਾਯੂ ਮੰਡਲ, ਵਾਯੂ, ਪਾਣੀ, ਕਮਲ, ਹਾਥੀ, ਇਸ ਪ੍ਰਕਾਰ ਬਹੁਤ ਸਾਰੇ ਭੁਖ ਕਰ ਦੇ ਅਰਥ ਹੋ ਜਾਂਦੇ ਹੈ। ਪਰ ਇੱਥੇ ਕਵਿਰਾਜ ਪ੍ਰਕਰਨ ਵਿੱਚ ਰੱਖਦੇ ਹੋਏ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ। ਭੁਖ ਕਰ ਭਰੇ, ਭੁਖ ਕਰ ਜਿਉ। ਕਹਿੰਦੇ ਭੁਖ ਕਰ ਭਰੇ, ਭੁਖ ਕਰ ਪਾਣੀ ਨਾਲ ਭਰੇ ਹੋਏ, ਕੀ ਭੁਖ ਕਰ ਤਲਾਬ, ਤੇ ਉਹਦੇ ਅੰਦਰ ਭੁਖ ਕਰ ਜਿਉਂ। ਭੁਖ ਕਰ ਕਹਿੰਦੇ ਆ ਫਿਰ ਕਮਲ ਫੁੱਲ ਨੂੰ, ਤੇ ਜਿਉਂ ਕਹਿੰਦੇ ਆ ਜਿਹੜਾ ਜਿਉਂ ਜਿੱਥੇ ਜਿਉਂਦਾ ਹੈ, ਭਾਵ ਜਨਮ ਲੈਂਦਾ ਹੈ। ਪਾਣੀ ਭਰਿਆ ਹੋਇਆ ਤਲਾਬ ਦੇ ਅੰਦਰ, ਤੇ ਉੱਥੇ ਕਮਲ ਦਾ ਫੁੱਲ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਜਿਉਂ ਜਿਸ ਪ੍ਰਕਾਰ ਵੀ, ਇਸ ਪ੍ਰਕਾਰ ਜਿਉਂ ਦਾ ਅਰਥ ਜਿਸ ਪ੍ਰਕਾਰ ਵੀ ਹੁੰਦਾ ਹੈ। ਤੇ ਜਿਉਂ ਜੇ ਜੱਜਾ ਵੱਖਰਾ ਕਰ ਦਈਏ ਤੇ ਯਈਆ ਵੱਖਰਾ ਕਰੀਏ, ਜਿੱਥੇ ਜੈ ਭਾਵ ਜਿਉਂਦਾ ਹੈ, ਪੈਦਾ ਹੁੰਦਾ ਹੈ। ਇਸ ਪ੍ਰਕਾਰ ਕਹਿੰਦੇ ਨੇ ਪਾਣੀ ਦਾ ਭਰਿਆ ਹੋਇਆ, ਭੁਖ ਕਰ ਪਾਣੀ ਦਾ ਭਰਿਆ ਹੋਇਆ, ਭੁਖ ਕਰ ਤਲਾਬ, ਭੁਖ ਕਰ ਕਮਲ ਫੁੱਲ, ਜਿੱਥੇ ਪੈਦਾ ਹੁੰਦਾ ਏ। ਵੇਖ ਕਰ ਸਸੀ ਕਰ ਕਰੈ ਦੁੱਤਹੀਨ ਹੈ। ਇਹ ਜਦੋਂ ਸਸੀ ਚੰਦਰਮਾ ਨੂੰ ਵੇਖਦਾ ਹੈ ਨਾ, ਤੇ ਵੇਖ ਕਰਕੇ ਕੀ ਕਮਲ ਫੁੱਲ ਦੀ ਜਿਹੜੀ ਦੁੱਤ ਸੋਭਾ ਹੈ ਉਹ ਹੀਨ ਹੋ ਜਾਂਦੀ ਹੈ। ਇਉਂ ਕਵਿਰਾਜ ਜੀ ਕਹਿੰਦੇ ਹੈ, ਚੰਦਰਮਾ ਨੂੰ ਵੇਖ ਕਰਕੇ ਕਮਲ ਦਾ ਫੁੱਲ ਜਿਹੜਾ ਹੈ ਨਾ, ਉਹ ਇੱਕ ਜਿਹਾ ਨਹੀਂ ਰਹਿੰਦਾ ਹੈ। ਇੱਥੇ ਹੁਣ ਇਹ ਕਵਿਰਾਜ ਜੀ ਦੱਸ ਰਹੇ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਕਮਲ ਫੁੱਲ ਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ ਹੈ। ਕਿਉਂਕਿ ਜਿਹੜਾ ਪਾਣੀ ਦਾ ਭਰਿਆ ਹੋਇਆ ਤਲਾਬ ਹੈ ਨਾ, ਉਹਦੇ ਆਸਰੇ ਤੇ ਹੀ ਕਮਲ ਦਾ ਫੁੱਲ ਰਹਿੰਦਾ ਹੈ।
ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਚਰਨ ਰੂਪੀ ਜਿਹੜੇ ਕਮਲ ਹਨ ਨਾ, ਉਹ ਐਸੇ ਨਹੀਂ ਹਨ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸੇ ਦੇ ਆਸਰੇ ਹਨ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪ ਨਿਰਾਸਰਾ ਹਨ, ਸਾਰਿਆਂ ਨੂੰ ਆਸਰਾ ਦੇਣ ਵਾਲੇ ਹੈ। ਆਪ ਮਹਾਰਾਜ ਸੱਚੇ ਪਾਤਸ਼ਾਹ ਸੁਤੇ ਪ੍ਰਕਾਸ਼ ਹਨ, ਨਿਰੰਕਾਰ ਸਰੂਪ ਹਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਹਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਇਸ ਕਰਕੇ ਚੰਦਰਮਾ ਨੂੰ ਵੇਖ ਕਰਕੇ, ਭਾਵ ਰਾਤ ਦੇ ਵਕਤ ਜਿਹੜਾ ਕਮਲ ਫੁੱਲ ਆ ਉਹਦੀ ਸ਼ੋਭਾ ਛੀਨ ਹੋ ਜਾਂਦੀ ਹੈ, ਭਾਵ ਉਹਦੀ ਸ਼ੋਭਾ ਨਾਸ਼ ਹੋ ਜਾਂਦੀ ਹੈ, ਬੰਦ ਹੋ ਜਾਂਦਾ ਹੈ। ਪਰ ਇਹ ਤੇ ਨਹੀਂ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਸ਼ੋਭਾ ਕਦੇ ਹੁੰਦੀ ਹੈ ਤੇ ਕਦੇ ਛੀਨ ਹੋ ਜਾਂਦੀ ਹੈ। ਨਹੀਂ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ੋਭਾ ਤਾਂ ਇੱਕ ਜਿਹੀ ਰਹਿੰਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਜੇ ਕੋਈ ਰਾਤ ਦੇ ਵਕਤ ਸਿਮਰੇ, ਚੇਤੇ ਕਰੇ, ਤੇ ਇਹ ਨਹੀਂ ਕਿ ਮਹਾਰਾਜ ਸਾਹਿਬ ਜੀ ਦੇ ਚਰਨ ਫਿਰ ਉਦੋਂ ਧਿਆਨ ਵਿੱਚ ਸਿੱਖ ਟਿਕਾਵੇ ਤੇ ਗੁਰੂ ਸਾਹਿਬ ਰੱਖਿਆ ਨਹੀਂ ਕਰਦੇ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਰਾਤ ਦਿਨ ਜਦੋਂ ਮਰਜ਼ੀ ਕੋਈ ਸਿੱਖ ਧਿਆਨ ਕਰੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਰੱਖਿਆ ਕਰਦੇ ਆ। ਸੱਚੇ ਪਾਤਸ਼ਾਹ ਕਵਿਰਾਜ ਕਮਲ ਫੁੱਲ ਦੀ ਨਿਊਨਤਾਈ ਦੱਸਦੇ ਆ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲੋਂ। ਕਹਿੰਦੇ ਜਦੋਂ ਇਸ ਪ੍ਰਕਾਰ ਭੁੱਖ ਕਰ ਹੀਨ ਫਿਰ ਪੜੋ, ਪੇਖ ਕਰ ਸਸੀ ਕਰ ਕਰੈ ਦੁੱਤ ਹੀਨ ਹੈ। ਵੇਖ ਕਰਕੇ ਸਸੀ ਚੰਦਰਮਾ ਨੂੰ ਜਿਹੜੀ ਦੁੱਤ ਸੋਭਾ ਹੈ ਨਾ, ਉਹ ਹੀਨ ਨਾਸ਼ ਹੋ ਜਾਂਦੀ ਹੈ। ਕਮਲ ਫੁੱਲ ਦੀ ਰਾਤ ਦੇ ਵਕਤ ਬੰਦ ਹੋ ਜਾਂਦਾ ਏ। ਭੁੱਖ ਕਰ ਹੀਨ ਦਿਨ ਕਰ ਕਰੇ ਛੀਨ ਤਿਸ। ਤੇ ਜਿਸ ਸੂਰਜ ਨੂੰ ਵੇਖ ਕਰਕੇ ਕਮਲ ਫੁੱਲ ਖਿੜਦਾ ਹੈ, ਤੇ ਜਦੋਂ ਭੁੱਖ ਕਰ ਹੀਨ, ਜਦੋਂ ਪਾਣੀ ਤੋਂ ਹੀਨ ਹੋਵੇ, ਭਾਵ ਤਲਾਬ ਵਿੱਚ ਪਾਣੀ ਸੁੱਕ ਗਿਆ ਹੋਵੇ, ਉਹੋ ਹੀ ਚੜ੍ਹਿਆ ਹੋਇਆ ਸੂਰਜ ਫਿਰ ਉਹਨੂੰ ਛੀਨ ਕਰਨ ਲੱਗ ਜਾਂਦਾ, ਨਾਸ਼ ਕਰਨ ਲੱਗ ਜਾਂਦਾ। ਸੂਰਜ ਦੇ ਚੜ੍ਹਨ ਨਾਲ ਹੀ ਫਿਰ ਫੁੱਲ ਜਿਹੜਾ ਹੈ ਉਹ ਸੜਨ ਲੱਗ ਪੈਂਦਾ ਸੂਰਜ ਦੀ ਤਪਸ਼ ਦੇ ਨਾਲ। ਫਿਰ ਪੜੋ, ਭੁੱਖ ਕਰ ਹੀਨ ਦਿਨ ਕਰ ਕਰੇ ਛੀਨ ਤਿਸ। ਦਿਨ ਕਰ ਸੂਰਜ ਨੂੰ ਕਹਿੰਦੇ ਆ। ਜਦੋਂ ਭੁੱਖ ਕਰ ਪਾਣੀ ਤੋਂ ਹੀਣਾ ਹੁੰਦਾ ਨਾ ਕਮਲ ਫੁੱਲ, ਤਾਂ ਉਦੋਂ ਉਸ ਵਕਤ ਜਿਹੜਾ ਚੜ੍ਹਿਆ ਹੋਇਆ ਸੂਰਜ ਵਾ ਉਸ ਨੂੰ ਸੁਕਾ ਦਿੰਦਾ ਹੈ, ਸਾੜ ਦਿੰਦਾ ਹੈ, ਹੀਨ ਕਰ ਦਿੰਦਾ, ਨਾਸ਼ ਕਰ ਦਿੰਦਾ ਏ। ਖਰ ਧਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ। ਤੇ ਫਿਰ ਉਹਦੀ ਦੇਹ ਦੇ ਉੱਤੇ ਖਰ ਕੰਡਿਆਂ ਨੂੰ ਵੀ ਕਹਿੰਦੇ ਆ, ਕੰਡੇ ਧਾਰਨ ਕੀਤੇ ਹੋਏ ਆ। ਖਰ ਛਾਰ ਨੂੰ ਵੀ ਕਹਿੰਦੇ, ਕਿਉਂਕਿ ਉਹ ਚਿੱਕੜ ਵਿੱਚ ਲਿਬੜਿਆ ਰਹਿੰਦਾ ਨਾ। ਜਦੋਂ ਪਾਣੀ ਸੁੱਕ ਜਾਂਦਾ ਫਿਰ ਚਿੱਕੜ ਨਾਲ ਲਿਬੜੇ ਹੋਏ ਦੇ ਉੱਤੇ ਮਿੱਟੀ ਹੀ ਲੱਗੀ ਹੁੰਦੀ ਹੈ ਨਾ, ਇਸ ਕਰਕੇ ਕਹਿੰਦੇ ਹਨ ਖਰ ਧਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ। ਉਹ ਛਾਰ ਦੇਹ ਦੇ ਉੱਤੇ ਉਹਨੇ ਭਾਵ ਉਹਦੀ ਨਲਕੀ ਤੇ ਨਲਣੀ ਦੇ ਉੱਤੇ ਲੱਗੀ ਹੁੰਦੀ ਹੈ, ਜਾਂ ਤੇ ਸੋ ਮਲੀਨ ਹੈ। ਇਸ ਕਰਕੇ ਕਮਲ ਦਾ ਫੁੱਲ ਜਿਹੜਾ ਨਾ ਉਹ ਮਲੀਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਜਿਹੜੇ ਆ ਨਾ ਉਹ ਸਭ ਮੈਲਾਂ ਤੋਂ ਰਹਿਤ ਹਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ। ਫਿਰ ਜਿਸ ਪ੍ਰਕਾਰ ਇਹ ਦ੍ਰਿਸ਼ਟਾਂਤ ਦਿੱਤੇ ਆ ਕਵਿਰਾਜ ਜੀ ਨੇ, ਜਿਹੜਾ ਸੰਸਾਰ ਹੈ ਨਾ ਉਹ ਤਲਾਬ ਦੀ ਨਿਆਈ ਹੈ, ਤੇ ਸੰਸਾਰ ਰੂਪੀ ਤਲਾਬ ਦੇ ਅੰਦਰ ਪਾਣੀ ਕਿਹੜਾ ਹੈ? ਇਹਦੇ ਅੰਦਰ ਪਦਾਰਥਾਂ ਰੂਪੀ ਪਾਣੀ ਹੈ। ਤੇ ਜਿਹੜਾ ਚੰਦਰਮਾ ਵੱਤ ਉਹ ਪੁਰਖ ਨੇ ਜਿਹੜੇ ਪ੍ਰਤੀ ਅਨੁਕੂਲ ਹੁੰਦੇ ਹੈ, ਨਿੰਦਾ ਕਰਦੇ ਹੈ, ਗਾਲਾਂ ਕੱਢਦੇ ਹੈ, ਬੁਰਾ ਕਹਿੰਦੇ ਹੈ। ਸੂਰਜ ਦੀ ਨਿਆਈ ਜਿਹੜੇ ਹੈ ਅਨੁਕੂਲ ਪੁਰਖ ਹਨ, ਉਹ ਜਿਹੜਾ ਹੈ ਆਣ ਕਰਕੇ ਜਸ ਤਾਂ ਕਰਦੇ ਹੈ ਪਰ ਆਪਣਾ ਮਤਲਬ ਰੱਖਦੇ ਹੈ। ਫਿਰ ਇਸ ਪ੍ਰਕਾਰ ਜਿਹੜੇ ਹੈ ਜੋ ਪਾਣੀ ਹਨ, ਪਾਣੀ ਹੈ ਉਹ ਪਦਾਰਥਾਂ ਦੀ ਨਿਆਈ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਤਾਂ ਨਹੀਂ ਕਿ ਪਦਾਰਥ ਪ੍ਰਾਪਤ ਹੁੰਦੇ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੈ। ਜੇ ਪਦਾਰਥ ਨਹੀਂ ਪ੍ਰਾਪਤ ਹੁੰਦੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਘਟ ਜਾਂਦੀ ਹੈ। ਨਹੀਂ, ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਸਮਕਸ਼ ਸ੍ਰਿਸ਼ਟੀ ਨੂੰ ਪਦਾਰਥ ਬਖਸ਼ਣ ਵਾਲੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਪਦਾਰਥਾਂ ਰੂਪੀ ਪਾਣੀ ਨਾ ਵੀ ਹੋਵੇ, ਕਿਉਂਕਿ ਲੋਕ ਆ ਕਰਕੇ ਦਾਤਾਂ ਮੰਗਦੇ ਆ ਨਾ ਸੱਚੇ ਪਾਤਸ਼ਾਹ ਦੇ ਕੋਲੋਂ। ਜਿਵੇਂ ਸੂਰਜ ਜਿਹੜਾ ਹੈ ਪਾਣੀ ਤੋਂ ਹੀਣੇ ਫੁੱਲ ਨੂੰ ਛੀਨ ਕਰ ਦਿੰਦਾ ਹੈ ਨਾ, ਸਾੜ ਦਿੰਦਾ ਹੈ, ਤੇ ਸਤਿਗੁਰੂ ਜੀ ਦੇ ਕੋਲੋਂ ਆ ਕਰਕੇ ਜਿਹੜੇ ਅਨੁਕੂਲ ਪੁਰਖ ਜਦੋਂ ਦਾਤਾਂ ਮੰਗਦੇ ਹੈ ਤੇ ਕੀ ਮਹਾਰਾਜ ਦੇ ਕੋਲ ਦਾਤਾਂ ਸੁੱਕ ਜਾਂਦੀਆਂ, ਘਟ ਜਾਂਦੀਆਂ? ਨਹੀਂ, ਤਾਂ ਇੱਥੇ ਤਾਂ ਰਿਧੀਆਂ ਸਿੱਧੀਆਂ ਦੇ ਪ੍ਰਸ਼ਾਦ ਸੱਚੇ ਪਾਤਸ਼ਾਹ ਜੀ ਮਹਾਰਾਜ ਵਰਤਾਈ ਜਾਂਦੇ, ਮੁੱਕਦਾ ਹੀ ਨਹੀਂ ਸੱਚੇ ਪਾਤਸ਼ਾਹ ਜੀ ਦਾ ਭੰਡਾਰਾ। ਐਸਾ ਖੁੱਲ੍ਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਹੈ। ਜਿਹੜਾ ਵੀ ਕੋਈ ਸਿੱਖ ਹਜ਼ੂਰ ਦੇ ਕੋਲ ਆ ਕਰਕੇ ਸੇਵਾ ਕਰਦਾ ਹੈ, ਉਹ ਚਾਰ ਪਦਾਰਥ ਪਾ ਕੇ ਨਿਹਾਲ ਹੁੰਦਾ ਹੈ।
ਇਸ ਪ੍ਰਕਾਰ ਕਵੀਰਾਜ ਜੀ ਕਹਿੰਦੇ ਹਨ। ਫਿਰ ਪੜੋ ਖਰ ਧਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ। ਪਿਛਲੀ ਪੰਕਤੀ ਫਿਰ ਪੜੋ। ਭੁਖ ਕਰਹੀਨ ਦਿਨ ਕਰ ਕਰੇ ਛੀਨ ਤਿਸ। ਜਿਹੜਾ ਦਿਨ ਕਰ ਸੂਰਜ ਵੈ ਉਹ ਛੀਨ ਕਰ ਦਿੰਦਾ ਹੈ ਨਾ, ਜਦੋਂ ਪਾਣੀ ਤੋਂ ਹੀਣਾ ਹੁੰਦਾ ਹੈ ਕਮਲ ਫੁੱਲ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਦੇ ਪਦਾਰਥਾਂ ਤੋਂ ਹੀਣੇ ਨਹੀਂ ਹੁੰਦੇ। ਮਹਾਰਾਜ ਦੇ ਕੋਲ ਤਾਂ ਸਦਾ ਹੀ ਪਦਾਰਥ ਹੁੰਦੇ ਆ। ਇਸ ਕਰਕੇ ਜਿਹੜੇ ਅਨੁਕੂਲ ਪੁਰਖ ਆ ਕਰਕੇ ਮੰਗਦੇ ਆ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਵੰਡੀ ਜਾਂਦੇ ਆ। ਕਦੇ ਮਹਾਰਾਜ ਦੇ ਕੋਲੋਂ ਮੁੱਕਦੇ ਨਹੀਂ। ਆਪ ਸੱਚੇ ਪਾਤਸ਼ਾਹ ਪਦਾਰਥਾਂ ਵਿੱਚ ਰਹਿੰਦੇ ਹੋਏ ਪਦਾਰਥਾਂ ਤੋਂ ਹਜੂਰ ਨਿਰਲੇਪ ਰਹਿੰਦੇ ਹੈ। ਕਿਉਂਕਿ ਕਵੀਰਾਜ ਜੀ ਨੇ ਇਸ ਪਾਵਨ ਕਥਾ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾ ਸਰੂਪ ਸੀ, ਤੇ ਮਾਇਆ ਜਿਹੜੀ ਸੀ ਨਾ ਉਹ 12 ਕੋਹ ਤੱਕ ਛਲ ਨਹੀਂ ਸੀ ਕਰ ਸਕਦੀ। ਜਦੋਂ ਫਿਰ ਹਜੂਰ ਨੇ ਦੂਸਰਾ ਸਰੂਪ ਧਾਰਨ ਕੀਤਾ, ਉਦੋਂ ਮਾਇਆ ਫਿਰ 6 ਕੋਹ ਤੇ ਆ ਕਰਕੇ ਰੁਕੀ ਹੈ, ਤੇ 6 ਕੋਹ ਤੱਕ ਮਾਇਆ ਛਲ ਨਹੀਂ ਸੀ ਕਰਦੀ। ਇਹ ਮਹਾਰਾਜ ਦੀ ਮੌਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਿੱਥੋਂ ਤੱਕ ਕੋਈ ਜਿਹੜਾ ਹੈ ਕੋਈ ਭਰਮ ਵਰਤਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਤੀਸਰਾ ਸਰੂਪ ਧਾਰਨ ਕੀਤਾ ਸੀ, ਉਦੋਂ ਫਿਰ ਦਰਵਾਜ਼ੇ ਤੇ ਆ ਕੇ ਖਲੋ ਗਈ ਸੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਬਹੁਤ ਸਾਰੀਆਂ ਰਸਤਾਂ ਦੇ ਗੱਡੇ ਭਰੇ ਲੈ ਕਰਕੇ ਨਗਰਾਂ ਦੇ ਲੋਕ ਆ ਕਰਕੇ ਆਪਸ ਵਿੱਚ ਜਿਹੜਾ ਸੀ ਉਹ ਇੱਕ ਦੂਸਰੇ ਨੂੰ ਕਹਿੰਦੇ ਕਿ ਅੱਜ ਸਾਡੀ ਵਾਰੀ, ਅੱਜ ਸਾਡੀ ਵਾਰੀ। ਮਹਾਰਾਜ ਸੱਚੇ ਪਾਤਸ਼ਾਹ ਵਾਰੀ ਦੇ ਅਨੁਸਾਰ ਰਸਤ ਓਨੀ ਲੈਂਦੇ ਜਿਹੜੀ ਲੰਗਰ 'ਚ ਲੱਗ ਜੇ, ਬਾਕੀ ਮਹਾਰਾਜ ਸੱਚੇ ਪਾਤਸ਼ਾਹ ਨਾ ਸੀ ਲਿਆ ਕਰਦੇ। ਅਕਬਰ ਵਰਗੇ ਬਾਦਸ਼ਾਹ ਵੀ ਮਹਾਰਾਜ ਦੇ ਅੱਗੇ ਸੋਨੇ ਚਾਂਦੀਆਂ ਅਸ਼ਰਫੀਆਂ ਭੇਟ ਕਰਦੇ ਰਹੇ, ਪਰ ਸਤਿਗੁਰਾਂ ਜੀ ਨੇ ਪ੍ਰਵਾਨ ਨਾ ਸੀ ਕੀਤੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਰਵਾਜ਼ੇ ਤੇ ਆਈ ਜਾਣ ਕਰਕੇ ਮਾਇਆ ਫਿਰ ਮਹਾਰਾਜ ਚਰਨੀ ਲਾ ਲਈ। ਸੱਚੇ ਪਾਤਸ਼ਾਹ ਨੇ ਹਜੂਰ ਦੇ ਚੌਹਾਂ ਪਾਸਿਆਂ ਤੋਂ ਮਾਇਆ ਵਰਦੀ ਸੀ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇਉਂ ਨਿਰਲੇਪ ਰਹਿੰਦੇ ਸੀ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ। ਇਹ ਦ੍ਰਿਸ਼ਟਾਂਤ ਦਿੱਤਾ ਹੈ ਕੇਵਲ ਇੱਕ। ਕਵੀਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਐਸੇ ਨਹੀਂ ਹਨ ਕਿ ਜੇ ਕੋਈ ਆ ਕਰਕੇ ਮੰਗਦਾ ਹੈ ਪਦਾਰਥ ਤੇ ਉਹ ਛੀਨ ਹੋ ਜਾਂਦੇ ਆ ਜਾਂ ਮੁੱਕ ਜਾਂਦੇ ਪਦਾਰਥ। ਕਹਿੰਦੇ ਨਹੀਂ, ਸੱਚੇ ਪਾਤਸ਼ਾਹ ਦੇ ਕੋਲ ਤਾਂ ਸਦਾ ਹੀ 4 ਪਦਾਰਥ ਵਰਦੇ ਹੈ। ਮੋਕਸ਼ ਵਾਲਿਆਂ ਨੂੰ ਮੋਕਸ਼ ਪ੍ਰਾਪਤ ਹੁੰਦੀ ਹੈ, ਧਨ ਵਾਲਿਆਂ ਨੂੰ ਧਨ ਪ੍ਰਾਪਤ ਹੁੰਦਾ ਹੈ, ਧਰਮੀ ਪੁਰਖਾਂ ਨੂੰ ਧਰਮ ਪ੍ਰਾਪਤ ਹੁੰਦਾ ਹੈ। ਜਿਹੜੇ ਇੱਛਾ ਲੈ ਕੇ ਆਉਂਦੇ ਉਹਨਾਂ ਦੀਆਂ ਇੱਛਾਵਾਂ ਮਹਾਰਾਜ ਪੂਰੀਆਂ ਕਰ ਦਿੰਦੇ ਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਖਰ ਧਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ। ਇਸ ਕਰਕੇ ਉਹਨੇ ਜਿਹੜਾ ਹੈ ਕਮਲ ਫੁੱਲ ਉਹਦੇ ਖਰ ਕੰਡੇ ਵੀ ਲੱਗੇ ਹੋਏ ਆ। ਗੁਰੂ ਸਾਹਿਬ ਜੀ ਦੇ ਕੋਲ ਕੋਈ ਦੁੱਖ ਰੂਪੀ ਕੰਡੇ ਨਹੀਂ ਹਨ, ਇੱਥੇ ਤਾਂ ਸੁੱਖ ਹੀ ਸੁੱਖ ਹੈ। ਕਮਲ ਫੁੱਲ ਇਸ ਕਰਕੇ ਮਲੀਨ ਹੈ, ਗੁਰੂ ਜੀ ਦੇ ਚਰਨ ਉਜਲ ਹਨ। ਸੁਖ ਮਾਨਿਹਾਰ ਭੌਰ ਦਾਹਿਤ ਅਪਾਰ ਆਨ। ਫਿਰ ਉਹਦੀ ਸੋਭਾ ਨਿਹਾਰ ਕੇ ਵੇਖ ਕਰਕੇ ਜਿਹੜੇ ਭੌਰੇ ਹਨ ਉਹ ਆ ਕਰਕੇ ਜਿਹੜਾ ਹੈ ਉਹਦਾ ਮਕਰੰਦ ਰਸ ਚੂਸਦੇ ਆ ਤੇ ਉਹਨੂੰ ਸਾੜ ਦਿੰਦੇ ਆ। ਫੁੱਲ ਦੀ ਆਭਾ ਉਹੋ ਜੀ ਨਹੀਂ ਰਹਿੰਦੀ ਹੈ, ਦਾਹਤ ਤੇ ਉਹਨੂੰ ਦਾਉਂਦੇ ਆ, ਭਾਵ ਸਾੜ ਦਿੰਦੇ ਆ। ਫਿਰ ਪੜੋ ਸੁਖ ਮਾਨਿਹਾਰ ਭੌਰ ਦਾਹਤ ਅਪਾਰ ਆਨ। ਆਣ ਕਰਕੇ ਬਹੁਤਾ ਉਹਨੂੰ ਫਿਰ ਸਾੜਦੇ ਆ, ਕਮਲ ਫੁੱਲ ਤੋਂ ਰਾਸੀ ਚੂਸ ਲੈਂਦੇ ਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਇਹ ਨਹੀਂ ਕਿ ਸਿੱਖ ਆ ਕਰਕੇ ਦਾਤ ਮੰਗਦੇ ਆ ਤੇ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੋਭਾ ਘਟ ਜਾਂਦੀ ਹੈ, ਕਿਉਂਕਿ ਕਿਸੇ ਕੋਲ ਕੀਤੀ ਹੋਈ ਕਮਾਈ ਹੁੰਦੀ ਹੈ ਨਾ। ਕਹਿੰਦੇ ਮੈਂ ਆਪਣੀ ਕਮਾਈ ਦੀ ਕੀਤੀ ਅਰਦਾਸ ਜਿਹੜੀ ਆ ਉਹ ਤੈਨੂੰ ਭਾਈ ਕਰਦਾ ਹਾਂ, ਤੇ ਫਿਰ ਉਹਦੀ ਜਿਹੜੀ ਸੋਭਾ ਹੈ, ਕਿਉਂਕਿ ਆਪਣਾ ਤਪ ਤੇਜ ਇਉਂ ਬੜੇ ਪ੍ਰਮਾਣ ਆਉਂਦੇ ਆ ਕਿ ਕਿਸੇ ਨੂੰ ਕੋਈ ਦੇ ਦੇਵੇ ਤੇ ਫਿਰ ਉਹ ਆਪਣਾ ਉਹਦਾ ਤਪ ਖੀਨ ਹੋ ਜਾਂਦਾ ਹੈ, ਛੀਨ ਹੋ ਜਾਂਦਾ ਹੈ। ਜਿਵੇਂ ਪਰਸ਼ੁਰਾਮ ਦਾ ਹੀ ਤਪ ਛੀਨ ਕਰ ਦਿੱਤਾ ਸੀ ਸ਼੍ਰੀ ਰਾਮ ਚੰਦਰ ਜੀ ਨੇ। ਕੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵੀ ਪ੍ਰਤਾਪ ਛੀਨ ਹੋ ਜਾਂਦਾ ਹੈ? ਨਹੀਂ, ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਾਂ ਆਪ ਨਿਰੰਕਾਰ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਜੀਆਂ ਨੂੰ ਸਤਿਗੁਰੂ ਜੀ ਦਾਤਾਂ ਦਿੰਦੇ ਹੈ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਤਾਪ ਛੀਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਤਾਂ ਹੋਰ ਵੱਧਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਜਸ ਤਾਂ ਹੋਰ ਛਾਇਆ ਸੰਸਾਰ ਦੇ ਅੰਦਰ। ਜਿੰਨੀਆਂ ਦਾਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਵੰਡਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਪਵਿੱਤਰ ਵਡਿਆਈ ਸੰਸਾਰ ਦੇ ਅੰਦਰ ਫੈਲਦੀ ਹੈ। ਇਸੇ ਪ੍ਰਕਾਰ ਹੀ ਸੁਖ ਮਾਨਿਹਾਰ ਭੌਰ ਦਾਹਤ ਅਪਾਰ ਆਨ। ਮਹਾਰਾਜ ਜੀ ਦੇ ਚਰਨਾਂ ਦੀ ਸੋਭਾ ਵੇਖ ਵੇਖ ਕਰਕੇ ਸੁਣ ਸੁਣ ਕੇ ਸੋਭਾ ਸਤਿਗੁਰੂ ਜੀ ਦੀ
ਭੌਰੇ ਸਿੱਖ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ, ਤੇ ਮਹਾਰਾਜ ਰੂਪੀ ਕਮਲ ਦੇ ਕੋਲ ਮਕਰੰਦ ਰਸ ਕਿਹੜਾ ਹੈ? ਨਾਮ ਦਾ ਰਸ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਐਸਾ ਨਾਮ ਦਾ ਰਸ ਹੈ ਕਿ ਜਿਹੜੇ ਆਉਂਦੇ ਆ ਭੁੱਖੇ ਉਹਨਾਂ ਨੂੰ ਵੀ ਤ੍ਰਿਪਤੀ ਹੋ ਜਾਂਦੀ ਹੈ, ਆਤਮਾ ਨਿਹਾਲ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੋਭਾ ਜਿਹੜੀ ਹੈ ਨਾ ਉਹ ਉਵੇਂ ਦੀ ਉਵੇਂ ਰਹਿੰਦੀ ਹੈ। ਮਹਾਰਾਜ ਦਾ ਪ੍ਰਤਾਪ ਕਦੇ ਘਟਦਾ ਨਹੀਂ। ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਵੰਡੀ ਜਾਂਦੇ ਹੈ, ਕਿਉਂਕਿ ਇਹ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿੱਧ ਧਰ। ਇਹ ਭੱਟਾਂ ਨੇ ਕਿਹਾ ਨਾਮ ਦਾ ਅਪਾਰ ਖਜ਼ਾਨਾ ਜਿਹੜਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲਿਆ, ਜਿਹੜਾ ਸਤਿਗੁਰੂ ਜੀ ਨੇ ਲੈ ਕਰਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੰਦਰ ਧਰਨਾ ਕੀਤਾ, ਤੇ ਉਹੋ ਹੀ ਨਾਮ ਦਾ ਖਜ਼ਾਨਾ ਜਿਹੜਾ ਸੀ ਨਾ, ਜਿਹਦਾ ਕੋਈ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਖਜ਼ਾਨੇ ਦੇ ਮਾਲਕ ਖੁਦ ਗੁਰੂ ਨਾਨਕ ਸਾਹਿਬ ਜੀ ਆਪ ਹਨ, ਉਹ ਖਜ਼ਾਨਾ ਨਾਮ ਦਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਇਸ ਪ੍ਰਕਾਰ ਜਿਹੜਾ ਜਦੋਂ ਨਾਮ ਦੀਆਂ ਦਾਤਾਂ ਵੰਡਦੇ ਹੈ, ਪਦਾਰਥ ਵੰਡਦੇ ਆ ਸੱਚੇ ਪਾਤਸ਼ਾਹ ਮਹਾਰਾਜ, ਤਾਂ ਕੋਈ ਕਮੀ ਨਹੀਂ ਆਉਂਦੀ। ਕਿੱਥੇ ਭਾਈ ਆਦਮ ਨੂੰ ਕਿਤੋਂ ਵੀ ਪੁੱਤ ਨਹੀਂ ਸੀ ਮਿਲਿਆ, ਸਭ ਥਾਵਾਂ ਤੇ ਪੀਰ ਫਕੀਰ ਮਨਾ ਹਟਿਆ ਸੀ। ਧੰਨ ਗੁਰੂ ਰਾਮਦਾਸ ਸਾਹਿਬ ਨੇ ਕੇਵਲ ਪੁੱਤਰ ਨਹੀਂ ਦਿੱਤਾ, ਨਾਮਕਰਨ ਵੀ ਕਰਤਾ ਸੀ। ਆਖਿਆ ਤੈਨੂੰ ਆਪਣੀ ਭਗਤੀ ਦੀ ਅੰਸ਼ ਚੋਂ ਪੁੱਤਰ ਦਿੰਨੇ ਆ, ਉਹਦਾ ਨਾਮ ਭਾਈ ਭਗਤੂ ਰੱਖੀ, ਬ੍ਰਹਮ ਗਿਆਨੀ ਹੋਵੇਗਾ। ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਪ ਐਡੇ ਦੀਨ ਦਿਆਲ ਉਹ ਸਤਿਗੁਰੂ ਜੀ ਆਪ ਜੀ, ਜਿਵੇਂ ਇਹ ਕਮਲ ਦਾ ਦ੍ਰਿਸ਼ਟਾਂਤ ਦੇ ਕਰਕੇ ਕਵਿਰਾਜ ਕਹਿੰਦੇ ਕਮਲ ਦਾ ਫੁੱਲ ਤਾਂ ਭੌਰੇ ਰਸ ਚੂਸ ਕੇ ਤੇ ਉਹਨੂੰ ਸਾੜਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆ ਕਰਕੇ ਨਾਮ ਦਾ ਰਸ ਜਦੋਂ ਭੌਰੇ ਬਣ ਕੇ ਸਿੱਖ ਚੂਸਦੇ ਆ, ਸੱਚੇ ਪਾਤਸ਼ਾਹ ਜੀ ਦੀ ਸੋਭਾ ਜਿਹੜੀ ਆ ਨਾ ਉਹ ਘਟਦੀ ਨਹੀਂ, ਸਗੋਂ ਹੋਰ ਵੱਧਦੀ ਹੈ। ਜਾਰਤ ਤੁਖਾਰ ਇਤੇ ਔਗਣ ਅਧੀਨ ਹੈ। ਜਾਰਤ ਤੁਖਾਰ ਇਤੇ ਔਗਣ ਅਧੀਨ ਹੈ। ਫਿਰ ਕਹਿੰਦੇ ਤੁਖਾਰ ਜਿਹੜੀ ਠੰਡ ਹੈ ਉਹ ਵੀ ਕਮਲ ਫੁੱਲ ਨੂੰ ਸਾੜਦੀ ਹੈ, ਇੰਨੇ ਔਗਣਾਂ ਦੇ ਅਧੀਨ ਹੈ ਕਮਲ ਫੁੱਲ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਜੜਤਾ ਰੂਪੀ ਠੰਡ ਠਾਰ ਨਹੀਂ ਸਕਦੀ, ਸਗੋਂ ਕਿ ਸਤਿਗੁਰੂ ਜੀ ਦੇ ਚਰਨ ਤਾਂ ਸਭ ਦੀ ਜੜਤਾ ਨਾਸ਼ ਕਰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਮਨ ਨੂੰ ਚੇਤਨਤਾ ਬਖਸ਼ਿਸ਼ ਕਰਦੇ ਆ, ਸੁੱਤੇ ਮਨ ਨੂੰ ਜਗਾ ਦਿੰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨੇ ਔਗਣਾਂ ਦੇ ਅਧੀਨ ਹੈ ਕਮਲ ਫੁੱਲ, ਉਹਨੂੰ ਜਿਹੜੀ ਆ ਠੰਡ ਵੀ ਸਾੜਦੀ ਹੈ। ਸਤਿਗੁਰ ਰਾਮਦਾਸ ਚਰਨ ਮੁਕਤ ਦੇਤ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਜਿਹੜੇ ਆ ਨਾ ਉਹ ਮੁਕਤੀ ਦੇ ਦੇਣ ਵਾਲੇ ਹਨ। ਉਪਮਾ ਕਮਲ ਕੀ ਨਾ ਬਨੈ ਬਿਦਹੀਨ ਹੈ। ਕਹਿੰਦੇ ਉਪਮਾ ਦੇਣੀ ਕਮਲ ਫੁੱਲ ਦੀ, ਇਹ ਤਾਂ ਜਿਹੜੀ ਜੁਗਤੀ ਹੀਣ ਜੁਗਤੀ ਹੈ, ਭਾਵ ਇਹ ਤਰੀਕਾ ਠੀਕ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਜਿਹੜਾ ਕਮਲ ਫੁੱਲ ਦੀ ਤੁਲਨਾ ਦੇਣੀ, ਕਹਿੰਦੇ ਇਹ ਠੀਕ ਵਿਧੀ ਨਹੀਂ ਹੈ, ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਇਹ ਤਾਂ ਮੁਕਤੀ ਦੇ ਦਾਤੇ ਹਨ। ਕਮਲ ਫੁੱਲ ਮੁਕਤੀ ਨਹੀਂ ਦੇ ਸਕਦਾ ਹੈ। ਉਹਦੇ ਔਗਣ ਗਿਣੇ ਆ ਕਵਿਰਾਜ ਜੀ ਨੇ ਕਿ ਕਿੰਨੇ ਗੁਣ ਹੈ, ਪਾਣੀ ਦੇ ਅਧੀਨ ਰਹਿੰਦਾ ਹੈ ਵਿਚਾਰਾ। ਤੇ ਫਿਰ ਇਸ ਪ੍ਰਕਾਰ ਚੰਦਰਮਾ ਨੂੰ ਵੇਖ ਕਰਕੇ ਤਾਂ ਉਹਦੀ ਸੋਭਾ ਹੀ ਖਰਾਬ ਹੋ ਜਾਂਦੀ, ਸਾਰਾ ਹੀ ਉਹ ਜਿਹੜਾ ਮਿਟ ਜਾਂਦਾ ਹੈ, ਮੀਚਿਆ ਜਾਂਦਾ ਹੈ। ਤੇ ਫਿਰ ਸੂਰਜ ਵੀ ਉਹਨੂੰ ਓਨਾ ਚਿਰ ਹੀ ਖੜਾਉਂਦਾ ਜਿੰਨਾ ਚਿਰ ਉਹਦੇ ਕੋਲ ਪਾਣੀ ਹੈ। ਜਦੋਂ ਪਾਣੀ ਦੇ ਸੁੱਕੇ ਤਲਾਬ ਵਿੱਚ ਫਿਰ ਸੂਰਜ ਵੀ ਉਹਨੂੰ ਖੀਨ ਕਰਦਾ, ਸਾੜਦਾ ਹੈ। ਭੌਰੇ ਆ ਕਰਕੇ ਉਹਦਾ ਮਕਰੰਦ ਰਸ ਚੂਸ ਲੈਂਦੇ ਆ, ਦੇਹ ਉਹਦੀ ਮਲੀਨ ਰਹਿੰਦੀ ਹੈ, ਕੰਡਿਆਂ ਨਾਲ ਭਰੀ ਰਹਿੰਦੀ ਹੈ। ਤੇ ਫਿਰ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਦੀ ਬਰਾਬਰਤਾ ਕਿਵੇਂ ਕਰ ਸਕਦਾ ਹੈ। ਇਸ ਕਰਕੇ ਐਡੇ ਔਗਣ ਨੇ ਕਮਲ ਫੁੱਲ ਦੇ ਅੰਦਰ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਮੁਕਤੀ ਦਾਤੇ ਹਨ, ਇਸ ਕਰਕੇ ਮਹਾਰਾਜ ਦੇ ਚਰਨਾਂ ਦੀ ਬਰਾਬਰਤਾ ਕਮਲ ਫੁੱਲ ਨਹੀਂ ਕਰ ਸਕਦਾ। ਮਹਾਰਾਜ ਜੀ ਦੇ ਚਰਨਾਂ ਕਮਲਾਂ ਨਾਲ ਕਮਲ ਫੁੱਲ ਨੂੰ ਤੁਲਨਾ ਦੇਣੀ ਇਹ ਵਿਧੀ ਠੀਕ ਨਹੀਂ ਹੈ। ਦੋਹਰਾ ਸ੍ਰੀ ਅਰਜਨ ਸਰੋਤਾ ਅਰਜ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾਚਰਨ ਕਰਦੇ ਐ, ਸੋ ਸਮਾਂ ਹੋ ਚੁੱਕਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾਚਰਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਜਿਵੇਂ ਕਵਿਰਾਜ ਜੀ ਬੰਦਨਾ ਕਰਨਗੇ, ਉਹ ਬੰਦਨਾ ਵੀ ਬਹੁਤ ਪਿਆਰ ਸ਼ਰਧਾ ਭਾਵਨਾ ਨਾਲ ਕਵਿਰਾਜ ਜੀ ਕਰ ਰਹੇ ਹਨ। ਸਤਿਗੁਰਾਂ ਜੀ ਦਾ ਨਾਮ ਬੜੇ ਅਦਬ ਪਿਆਰ ਦੇ ਨਾਲ ਜਦੋਂ ਲਿਖਦੇ ਹੈ
ਤੇ ਕਿਆ ਸੋਹਣੀ ਕਵਿਤਾ, ਕਿੰਨੀ ਸੋਹਣੀ ਛੰਦਾਬੰਦੀ ਦੇ ਅੰਦਰ ਕਵਿਰਾਜ ਮਹਾਰਾਜ ਦੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਆ, ਨਮਸਕਾਰ ਕਰਦੇ ਆ। ਧੰਨ ਹਨ ਐਸੇ ਮਹਾਂਪੁਰਖ ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਐਡੀ ਗਿਆਨ ਦੀ, ਐਡੀ ਵਿਦਵਤਾ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਇੰਨੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸ ਰਹੇ ਆ। ਕਿਉਂਕਿ ਕਥਾ ਦੀ ਆਰੰਭਤਾ ਕਰਨੀ ਹੈ, ਇਸ ਕਰਕੇ ਸਤਿਗੁਰਾਂ ਜੀ ਦੇ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਕਰਕੇ ਆਗਿਆ ਮੰਗਦੇ ਆ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੰਦਨਾ ਕਰਨਗੇ ਕਵਿਰਾਜ ਦੋਵੇਂ ਹੱਥ ਜੋੜ ਕਰਕੇ, ਆਪਾਂ ਵੀ ਬੰਦਨਾ ਕਰੀਏ ਮਹਾਰਾਜ ਦੇ ਚਰਨਾਂ ਤੇ, ਸਾਨੂੰ ਵੀ ਇਹ ਮਹਾਨ ਫਲ ਪ੍ਰਾਪਤ ਹੋਵੇਗਾ ਸੁਣਨ ਦੇ ਨਾਲ। ਜਿਵੇਂ ਕਰਨਗੇ ਕਵਿਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਸ ਕੱਲ ਦੇ ਦੀਵਾਨ ਦੀ ਕਥਾ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸੁਖ ਮਾਨਿਹਾਰ ਭੌਰ ਦਾਹਤ ਅਪਾਰ ਆਨ, ਜਾਰਤ ਤੁਖਾਰ ਏਤੇ ਔਗਨ ਅਧੀਨ ਹੈ। ਸਤਿਗੁਰ ਰਾਮਦਾਸ ਚਰਨ ਮੁਕਤ ਦੇਤ, ਉਪਮਾ ਕਮਲ ਕੀ ਨ ਬਨੈ ਬਿਦਹੀਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ।